गुरु जी की साजी नवाजी गुरु रूप गुरु प्यारी साध संगत जी, वाहिगुरु जी का खालसा वाहिगुरु जी की फतेह। गुरमुख प्यारिओ, जो आपां नूं सतगुरु गुरबाणी गुरु विच उपदेश दे रहे, जिन्ना भी उपदेश जिन्ना भी ज्ञान दिता जा रहा, सारा साडे मन नूं दिता जाता। सारी जिहड़ी कहानी है वो अपने मन दी, किवें साडा मन परमात्मा निरंकार तो विछड़िया, किवें साडे मन दी लिव नाम दे नालों टुटी, फिर किवें साडा मन माया दे घर विच आके सौ जांदा, भरम दे विच चला जांदा। हुण किवें वापस फिर साडी टुटी हुई नाम दे नाल लिव जुड़े, किवें फिर असीं परमात्मा दे नाल मिलाप करिए। रास्ते विच की रुकावटां आउंदियां, उन्हां रुकावटां नूं असीं किवें पासे करना, की रास्ते विच निशानियां प्रगट हुंदियां, ताकि सानूं पता लगदा चले भी साडा रस्ता सही है, बई असीं सही मार्ग ते जा रहे हैं। वो फिर साडे अंदर वो निशानियां दसियां भी ज्यों-ज्यों असीं इस मार्ग ते चलांगे, सारी साडे अंदर दी यात्रा, जदों असीं ये यात्रा ते चलांगे फिर साडे अंदर वो निशानियां समय समय मुताबक प्रगट हुंदियां रहिंदियां, ते सानूं पता लगदा रहिंदा भी असीं सही मार्ग ते जा रहे हैं। ज्यों-ज्यों असीं वो मार्ग ते चलांगे त्यों-त्यों फिर वो निशानियां साडे अंदर प्रगट हुंदियां जांदियां। सो इस वास्ते फिर आपां नूं समझाउंदे कि हुण इह सानूं मानस जामे विच ही ये मौका, ये वारी दित्ती जांदी कि हुण असीं परमात्मा वाहिगुरू नाल मिलाप कर लईए। होर किसी भी आकार, किसी भी जून दे विच ये मौका, ये वारी नहीं है। सिर्फ एक मानस देही ही है
ਜਿਹਦੇ ਵਿੱਚ ਹੀ ਆਪਾਂ ਨੂੰ ਹੁਣ ਵਾਰੀ ਦਿੱਤੀ ਜਾਂਦੀ। ਜੋ ਮਹਾਰਾਜ ਆਪਾਂ ਨੂੰ ਰੋਜ਼ ਫਰਮਾਉਂਦੇ, ਭਾਈ ਪ੍ਰਾਪਤ ਮਾਨੁਖ ਜੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਮਹਾਰਾਜ ਕਹਿੰਦੇ ਵੀ ਹੁਣ ਸਾਨੂੰ ਗੋਬਿੰਦ ਵਾਹਿਗੁਰੂ ਨੂੰ ਮਿਲਣ ਵਾਸਤੇ ਵਾਰੀ ਮਿਲੀ ਤੇ ਅਸੀਂ ਸਾਰੇ ਹੀ ਮਿਲ ਸਕਦੇ। ਇਹ ਨਹੀਂ ਵੀ ਅਸੀਂ ਮਿਲ ਨਹੀਂ ਸਕਦੇ, ਮਹਾਰਾਜ ਕਹਿੰਦੇ ਸਾਰੇ ਹੀ ਮਿਲ ਸਕਦੇ, ਕਿਉਂਕਿ ਹੁਣ ਹੀ ਵਾਰੀ ਹੈ, ਹੁਣ ਹੀ ਮੌਕਾ। ਹੁਣ ਮਿਲੀਏ ਕਿਵੇਂ, ਉਹਦੇ ਵਾਸਤੇ ਫਿਰ ਸਾਨੂੰ ਇਹ ਸਤ ਸੰਗਤ ਕਰਨੀ ਪੈਂਦੀ ਹੈ। ਸੰਗਤ ਦੇ ਵਿੱਚ ਆ ਕੇ ਸਾਨੂੰ ਇਹ ਗਿਆਨ ਹੁੰਦਾ, ਸਾਨੂੰ ਇਹ ਸਾਰੀ ਸੋਝੀ ਆਉਂਦੀ, ਫਿਰ ਹੀ ਅਸੀਂ ਇਹ ਮਾਰਗ ਦੇ ਉੱਤੇ ਚੱਲਦੇ ਹਾਂ। ਨਹੀਂ ਤਾਂ ਜਦ ਤੱਕ ਸਾਨੂੰ ਸਤ ਸੰਗਤ ਨਹੀਂ ਮਿਲਦੀ, ਅਸੀਂ ਗੁਰਬਾਣੀ ਗੁਰੂ ਦੇ ਦੱਸੇ ਮਾਰਗ ਤੇ ਨਹੀਂ ਚੱਲਦੇ, ਅਸੀਂ ਇਹਨਾਂ ਤੋਂ ਉਲਟ ਚੱਲਦੇ, ਆਪਦੀ ਮੱਤ ਦੁਆਰਾ ਚੱਲਦੇ। ਇਸ ਲਈ ਆਓ ਹੁਣ ਜੋ ਗੁਰਬਾਣੀ ਗੁਰੂ ਸਾਨੂੰ ਮਾਰਗ ਦੱਸ ਰਹੇ, ਜੋ ਆਪਾਂ ਪਿਛਲੇ ਕੁਝ ਦਿਨਾਂ ਤੋਂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਆਪਾਂ ਨੂੰ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਉਪਦੇਸ਼ ਦੇ ਰਹੇ, ਜੋ ਸਾਨੂੰ ਸਮਝਾ ਰਹੇ, ਉਹਦੇ ਉੱਤੇ ਆਪਾਂ ਵਿਚਾਰ ਕਰਦੇ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਭਗਤਾਂ ਦੀ ਬਾਣੀ, ਗੁਰਸਿੱਖਾਂ ਦੀ ਬਾਣੀ, ਗੁਰੂਆਂ ਦੀ ਬਾਣੀ, ਇਹ ਸਾਰੀ ਇਕੱਤਰ ਕੀਤੀ। ਜਿਵੇਂ ਅੱਜ ਦਾ ਜੋ ਦਿਹਾੜਾ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਜਦੋਂ ਪਹਿਲੀ ਵਾਰ ਪ੍ਰਕਾਸ਼ ਕੀਤਾ ਗਿਆ, ਅੱਜ ਦਾ ਦਿਹਾੜਾ ਤੇ ਸਾਰੀਆਂ ਸਿੱਖ ਸੰਗਤਾਂ ਮਨਾਉਂਦੀਆਂ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਰੇ ਜਿਹੜੇ ਭਗਤ ਸੀ, ਜੋ ਗੁਰੂ ਸਾਹਿਬਾਨਾਂ ਦੀ ਬਾਣੀ ਸੀ, ਉਹ ਸਾਰਿਆਂ ਨੂੰ ਇਕੱਤਰ ਕੀਤਾ ਤੇ ਨਾਮ ਦਿੱਤਾ ਪੋਥੀ ਪਰਮੇਸ਼ਰ ਕਾ ਥਾਨ। ਬਈ ਜਿਹੜੇ ਜੀਵ ਪਰਮਾਤਮਾ ਨੂੰ ਮਿਲਣਾ ਚਾਹੁੰਦੇ, ਉਹ ਇਹਨਾਂ ਤੋਂ ਰਸਤਾ ਪੁੱਛ ਕੇ ਉਹ ਪਰਮਾਤਮਾ ਦੇ ਨਾਲ ਮਿਲਾਪ ਕਰ ਸਕਦੇ। ਆਓ ਹੁਣ ਜੋ ਆਪਾਂ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਸੁਖਮਨੀ ਸਾਹਿਬ ਦੇ ਵਿੱਚ ਵੀ ਇਹੋ ਉਪਦੇਸ਼ ਜੋ ਸਾਡੇ ਮਨ ਨੂੰ ਦੇ ਰਹੇ। ਆਪਾਂ ਕੱਲ ਪੰਜਵੀਂ ਅਸ਼ਟਪਦੀ ਦੇ ਵਿਚਾਰ ਕਰ ਰਹੇ ਸੀ, 6 ਪਦਿਆਂ ਤੱਕ ਆਪਾਂ ਵਿਚਾਰ ਕੀਤੀ ਸੀ। ਇਸ ਤੋਂ ਅੱਗੇ 7ਵੇਂ ਪਦ ਵਿੱਚ ਮਹਾਰਾਜ ਜੋ ਆਪਾਂ ਨੂੰ ਫਰਮਾਉਂਦੇ, ਰਹਿਤ ਅਵਰ ਕਿਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ। ਮਹਾਰਾਜ ਕਹਿੰਦੇ ਮਨਮੁਖ ਜੀਵ ਕੀ ਕਰਦਾ ਹੈ, ਰਹਿਤ ਹੈ ਜਿਹੜੀ ਉਹ ਕੁਝ ਹੋਰ ਹੈ, ਉਹ ਕੁਝ ਰਹਿਤਾਂ ਹੋਰ ਰੱਖ ਚ। ਉਹਨੂੰ ਨਹੀਂ ਪਤਾ ਮਨਮੁਖ ਨੂੰ ਬਈ ਸਾਰੀ ਗੁਰਬਾਣੀ ਮਨ ਨੂੰ ਸੰਬੋਧਨ ਕਰ ਰਹੀ, ਮਨ ਨੂੰ ਕਹਿ ਰਹੀ। ਉਹਨੂੰ ਮਨ ਦਾ ਤਾਂ ਗਿਆਨ ਹੀ ਨਹੀਂ, ਮਨ ਦੀ ਤਾਂ ਕੋਈ ਰਹਿਤ ਰੱਖਦਾ ਹੀ ਨਹੀਂ, ਸਿਰਫ ਇਹ ਤਨ ਦੀਆਂ ਰਹਿਤਾਂ ਰੱਖੀ ਜਾਂਦਾ। ਤਨ ਨੂੰ ਕਿਵੇਂ ਨਿਭਾਉਣਾ, ਕਿਵੇਂ ਤਨ ਦੀ ਸੁਚਮ ਰੱਖਣੀ, ਕਿਵੇਂ ਮੈਂ ਕਿਸੇ ਦਾ ਜੂਠਾ ਨਹੀਂ ਖਾਣਾ, ਜਾਂ ਹੋਰ ਇਹ ਤਨ ਦੀਆਂ ਰਹਿਤਾਂ, ਪਰ ਮਨ ਦੀ ਰਹਿਤ ਨਹੀਂ, ਮਨ ਦਾ ਉਹਨੂੰ ਪਤਾ ਨਹੀਂ। ਇਸ ਕਰਕੇ ਮਹਾਰਾਜ ਕਹਿੰਦੇ ਰਹਿਤ ਕੋਈ ਹੋਰ ਹੈ, ਪਰ ਉਹ ਰੱਖਦਾ ਕੋਈ ਹੋਰ ਹੈ। ਹੁਣ ਮਨ ਦੀ ਕੀ ਰਹਿਤ ਹੈ? ਮਨ ਦੀ ਰਹਿਤ ਹੈ ਬਈ ਜੋ ਕਿਸੇ ਦੀ ਨਿੰਦਿਆ ਨਹੀਂ ਕਰਨੀ, ਕਿਸੇ ਨਾਲ ਤੋਂ ਮਨ ਦੇ ਵਿੱਚ ਵੈਰ ਵਿਰੋਧ, ਈਰਖਾ, ਨਫ਼ਰਤ ਨਹੀਂ ਰੱਖਣੀ। ਇਹ ਸਾਡੇ ਮਨ ਦੀ ਰਹਿਤ ਹੈ। ਹੁਣ ਮਨਮੁਖ ਨੂੰ ਪਤਾ ਹੀ ਨਹੀਂ ਵੀ ਮੈਂ ਇਹ ਰਹਿਤ ਰੱਖਣੀ, ਵੀ ਮੈਂ ਨਿੰਦਿਆ ਨਾ ਕਰਨੀ ਹੈ, ਨਾ ਮੈਂ ਸੁਣਨੀ ਹੈ, ਉਹ ਰੱਖਦਾ ਹੀ ਨਹੀਂ ਰਹਿਤ। ਫਿਰ ਸਾਡੇ ਮਨ ਦੀ ਰਹਿਤ ਹੈ ਵੀ ਹਉਮੈ ਤੋਂ ਰਹਿਤ ਰਹਿਣ, ਮਨ ਹਉਮੈ 'ਚ ਨਹੀਂ ਜਾਣਾ।
ਹੁਣ ਮਨਮੁਖ ਜੀਵ ਉਹ ਇਓ ਹਮੇ ਕਰੀ ਜਾਂਦਾ ਬਈ ਮੈਂ ਗੁਰਮੁਖ ਹਾਂ ਜੀ, ਉਹ ਦੂਸਰਾ ਮਨਮੁਖ ਹੈ ਉਹਦੀ ਨਿੰਦਿਆ ਸ਼ੁਰੂ ਕਰ ਦਿੰਦਾ ਤੇ ਹਉਮੈ ਹੰਕਾਰ ਦੇ ਵਿੱਚ ਰਹਿੰਦਾ। ਫਿਰ ਮਨਮੁਖ ਨੂੰ ਇਹ ਨਹੀਂ ਪਤਾ ਬਈ ਮੈਂ ਮਨ ਦੀ ਰਹਿਤ ਰੱਖਣੀ, ਵੀ ਮੈਂ ਲੋਕ ਲੱਜਾ ਚੋਂ ਉੱਪਰ ਉੱਠਣਾ, ਬਈ ਜਦੋਂ ਮੈਂ ਸਿਮਰਨ ਕਰਨਾ ਮੈਂ ਲੋਕ ਲੱਜਾ ਨਹੀਂ ਕਰਨੀ, ਜਦੋਂ ਮੈਂ ਬੈਠਦਾ ਕਿਤੇ ਜਾਂ ਜਿਹਦੇ ਨਾਲ ਸੰਸਾਰ 'ਚ ਵਿਚਰਦਾ ਉੱਥੇ ਮੈਂ ਸ਼ਬਦ ਦੀ ਵਿਚਾਰ ਕਰਨੀ, ਉਹ ਲੋਕ ਲੱਜਾ 'ਚ ਵੀ ਹੈ, ਲੋਕ ਲੱਜਾ ਰੱਖਦਾ ਵੀ ਮੈਨੂੰ ਲੋਕ ਕੀ ਕਹਿਣਗੇ। ਫਿਰ ਮਨ ਦੀ ਰਹਿਤ ਵੀ ਤੂੰ ਕਿਸੇ ਨਾਲ ਦੁਬਦਾ ਨਹੀਂ ਰੱਖ, ਤੇ ਉਹ ਦੁਬਦਾ ਵੀ ਰੱਖੀ ਜਾਂਦਾ। ਹੁਣ ਮਨ ਦੀ ਮਨਮੁਖ ਕੋਈ ਰਹਿਤ ਨਹੀਂ ਰੱਖਦਾ, ਮਨ ਦੇ ਵਿੱਚ ਮਾਲਕ ਨਾਲ ਪ੍ਰੀਤ ਕੋਈ ਨਹੀਂ, ਸਿਰਫ ਮੁੱਖੋਂ ਗੰਢ ਲਾਈ ਹੋਈ ਹੈ ਵੀ ਮੁੱਖ ਤੋਂ ਕਹੀ ਜ਼ਰੂਰ ਜਾਂਦਾ। ਮਹਾਰਾਜ ਕਹਿੰਦੇ ਮਨ ਨਹੀਂ ਪ੍ਰੀਤ ਮੁੱਖੋਂ ਗੰਢ ਲਾਵਚ, ਵੀ ਮਨ ਦੇ ਅੰਦਰ ਪਿਆਰ ਤਾਂ ਕੋਈ ਨਹੀਂ, ਮਾਲਕ ਦੇ ਨਾਲ ਪ੍ਰੀਤ ਤਾਂ ਕੋਈ ਨਹੀਂ, ਅੰਦਰੋਂ ਨਾਮ ਦੇ ਨਾਲ ਤਾਂ ਜੁੜੇ ਹੀ ਨਹੀਂ, ਨਾਮ ਦਾ ਤਾਂ ਪਤਾ ਹੀ ਨਹੀਂ, ਸਿਰਫ ਮੁੱਖੋਂ ਗੰਢ ਲਾਈ, ਮੁੱਖੋਂ ਗੁਰਬਾਣੀ ਵੀ ਪੜ੍ਹੀ ਜਾਂਦਾ ਤੇ ਜਿਹੜੀਆਂ ਮਹਾਰਾਜ ਰਹਿਤਾਂ ਦੱਸਦੇ ਉਹ ਰਹਿਤਾਂ ਵੀ ਨਹੀਂ ਰੱਖਦਾ, ਮੁੱਖ ਚੋਂ ਫਿੱਕਾ ਵੀ ਬੋਲੀ ਜਾਂਦਾ, ਨਿੰਦਿਆ ਵੀ ਕਰੀ ਜਾਂਦਾ, ਕੰਨਾਂ ਨਾਲ ਸੁਣੀ ਵੀ ਜਾਂਦਾ, ਦੌਦਾ ਵੀ ਕਰੀ ਜਾਂਦਾ, ਮੁੱਖ ਚੋਂ ਫਿੱਕਾ ਵੀ ਬੋਲੀ ਜਾਂਦਾ, ਹਉਮੈ ਹੰਕਾਰ ਵਿੱਚ ਵੀ ਰਹਿੰਦਾ, ਲੋਕ ਲੱਜਾ 'ਚ ਵੀ ਰਹਿੰਦਾ। ਹੁਣ ਇਸ ਨੂੰ ਫਿਰ ਮਹਾਰਾਜ ਕਹਿੰਦੇ ਵੀ ਰਹਿਤ ਕੁਝ ਹੋਰ ਹੈ ਤੇ ਮਨਮੁਖ ਰਹਿਤਾਂ ਕੁਝ ਹੋਰ ਰੱਖਦਾ, ਬਈ ਉਹਨੂੰ ਮਨ ਦੀ ਰਹਿਤ ਦਾ ਨਹੀਂ ਪਤਾ, ਮਨ ਦਾ ਤਾਂ ਪਤਾ ਹੀ ਨਹੀਂ, ਮਨ ਦਾ ਗਿਆਨ ਹੀ ਨਹੀਂ ਉਸ। ਇਸ ਲਈ ਫਿਰ ਮਹਾਰਾਜ ਕਹਿੰਦੇ ਵੀ ਮਨ ਦੇ ਵਿੱਚ ਪ੍ਰੀਤ ਨਹੀਂ, ਸਿਰਫ ਮੁੱਖੋਂ ਗੰਢ ਲਾਈ ਹੋਈ, ਮੁੱਖ ਦੇ ਵਿੱਚੋਂ ਇਕੱਲਾ ਬੋਲਦਾ ਹੀ ਹੈ ਪਰ ਪ੍ਰੀਤ ਨਹੀਂ ਹੈ। ਫਿਰ ਮਹਾਰਾਜ ਦੱਸਦੇ ਕਹਿੰਦੇ ਜਾਨਨ ਹਾਰ ਪ੍ਰਭੂ ਪਰਵੀਨ ਬਾਹਰ ਭੇਖ ਨ ਕਾਹੂ ਪੀਨ, ਬਈ ਇਹ ਜਿਹੜਾ ਹੁਣ ਅਸੀਂ ਬਾਹਰੀ ਪਹਿਰਾਵਾ ਕਰ ਲਏ, ਜਿਵੇਂ ਜੀਵ ਨੇ ਬਾਹਰੀ ਪਹਿਰਾਵਾ ਕਰ ਲਿਆ ਗੁਰਮੁਖਾਂ ਵਾਲਾ, ਬਈ ਮੈਂ ਗੁਰਮੁਖ ਹਾਂ ਜੀ, ਦੂਸਰੇ ਨੂੰ ਕਹਿੰਦਾ ਬਈ ਇਹ ਮਨਮੁਖ ਹੈ ਜੀ। ਹੁਣ ਮਹਾਰਾਜ ਕਹਿੰਦੇ ਵੀ ਬਾਹਰੀ ਭੇਖ ਦੇ ਨਾਲ ਜਿਹੜਾ ਮਾਲਕ ਹੈ ਪਰਮਾਤਮਾ ਉਹ ਸਭ ਕੁਝ ਜਾਣਦਾ ਹੈ, ਉਹਨੂੰ ਅਸੀਂ ਧੋਖਾ ਨਹੀਂ ਦੇ ਸਕਦੇ। ਉਹ ਇਕੱਲਾ ਬਾਹਰੀ ਪਹਿਰਾਵੇ ਦੇ ਨਾਲ, ਬਾਹਰੀ ਇਕੱਲਾ ਮੁੱਖ ਦੇ ਵਿੱਚੋਂ ਬੋਲਣ ਦੇ ਨਾਲ ਉਹ ਨਹੀਂ ਭੇਜਦਾ, ਕਿਉਂਕਿ ਉਹ ਸਾਡੇ ਅੰਦਰ ਦੀ ਜਾਣਦਾ। ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਘਟ ਘਟ ਕੇ ਅੰਤਰ ਕੀ ਜਾਣਚ, ਭਲੇ ਬੁਰੇ ਕੀ ਪੀਰ ਪਛਾਣਚ। ਹੁਣ ਮਹਾਰਾਜ ਕਹਿੰਦੇ ਬਈ ਮਨਮੁਖ ਕੀ ਕਰਦਾ ਹੈ, ਬਈ ਇਸ ਤਰ੍ਹਾਂ ਉਹਨੇ ਬਾਹਰੀ ਪਹਿਰਾਵਾ ਕਰ ਲਿਆ, ਬਾਹਰੀ ਭੀਖ ਕਰ ਲਿਆ ਤੇ ਦੂਸਰੇ ਨੂੰ ਧੋਖਾ ਦੇਣ ਵਾਸਤੇ ਵੀ ਮੈਂ ਗੁਰਮੁਖ ਹਾਂ ਜੀ, ਪਹਿਰਾਵਾ ਗੁਰਮੁਖਾਂ ਵਾਲਾ ਬਣਾ ਲਿਆ, ਪਰ ਬਾਹਰੀ ਗੱਲ ਭੇਖ ਕੀਤਾ ਤੇ ਇਸ ਭੇਖ ਨੂੰ ਮਾਲਕ ਜਾਣਦਾ। ਜਾਨਣ ਹਾਰ ਪ੍ਰਭੂ ਪਰਵੀਨ, ਉਹ ਤਾਂ ਸਾਡੇ ਅੰਦਰ ਦੀ ਜਾਣਦਾ, ਉਹਨੂੰ ਤਾਂ ਪਤਾ ਹੀ ਹੈ। ਤੇ ਇਸ ਕਰਕੇ ਫਿਰ ਉਹਦੀ ਰਹਿਤ ਕੋਈ ਨਹੀਂ, ਬਾਹਰੀ ਗੱਲਾਂ ਭੇਖ ਕੀਤਾ ਹੋਇਆ ਦੇਖਣ ਨੂੰ ਲੱਗਦਾ ਵੀ ਇਹ ਗੁਰੂ ਵਾਲਾ ਹੈ, ਦੇਖਣ ਨੂੰ ਲੱਗਦਾ ਵੀ ਇਹ ਬੜਾ ਸੋਹਣਾ ਲਿਬਾਸ ਬੜਾ ਸੋਹਣਾ ਪਾਇਆ, ਪਰ ਮਹਾਰਾਜ ਕਹਿੰਦੇ ਵੀ ਮਨ ਦੀ ਰਹਿਤ ਕੋਈ ਨਹੀਂ, ਵੀ ਮੁੱਖ ਦੇ ਵਿੱਚ ਉਹ ਫਿੱਕਾ ਵੀ ਬੋਲਦਾ ਹੈ, ਮਾੜਾ ਵੀ ਬੋਲਦਾ ਹੈ, ਮਨ ਦੀ ਕੋਈ ਰਹਿਤ ਨਹੀਂ ਰੱਖਦਾ। ਫਿਰ ਮਹਾਰਾਜ ਕਹਿੰਦੇ ਵੀ ਬਾਹਰੀ ਲਿਬਾਸ ਕਰਕੇ ਕਰਦਾ ਵੀ ਕੀ ਹੈ, ਕਹਿੰਦੇ ਅਵਰ ਉਪਦੇਸੇ ਆਪ ਨਾ ਕਰੀ, ਆਵਤ ਜਾਵਤ ਜਨਮੈ ਮਰੇ, ਬਈ ਦੂਸਰਿਆਂ ਨੂੰ ਫਿਰ ਉਪਦੇਸ਼ ਵੀ ਦਿੰਦਾ ਬਈ ਤੁਸੀਂ ਵੀ ਜੀ ਐਂ ਕਰੋ, ਤੁਸੀਂ ਵੀ ਆਹ ਕਰੋ, ਤੁਸੀਂ ਵੀ ਗੁਰੂ ਘਰ ਆਓ, ਤੁਸੀਂ ਵੀ ਗੁਰਬਾਣੀ ਪੜ੍ਹੋ। ਪਰ ਉਹਦੇ ਵੱਲ ਜਦੋਂ ਜੀਵ ਦੇਖਦਾ ਬਈ ਇਹ ਗੁਰਬਾਣੀ ਵੀ ਪੜ੍ਹਦਾ ਹੈ,
ये गुरुद्वारे भी जाता है, सेवा भी करता है, पर ये अंदर बदलाव तो कोई आया नहीं। हुण आपां मान लो बई आपां गुरबाणी भी पढ़ीए, गुरु घर भी रोज़ आइए, सेवा भी बथेरी करिए, ते जदों सानू कोई माड़ा जिहा कोई इदां दी गल आखे ते सानू गुस्सा बड़ा चढ़े, सानू किसी ने माड़ी जी शब्द की चोट मारी ते असीं अगे उहनूं 10 होर सुणा दित्ती, मुख दे विचों फिक्का बोलना शुरू कर दिता, माड़ा बोलना शुरू कर दिता। फिर महाराज कहते भी दूजिਆਂ ਨੂੰ ਤਾਂ उपदेश भी करता है, दूजिਆਂ ਨੂੰ कहता भी तुसीं भी पढ़ो, तुसीं भी गुरु घर चलो। तो जदों देखते जीव भी तेरे अंदर तो कोई बदलाव आया नहीं, भी तू भी तो जा रहे हैं, तेरे अंदर तो कोई सहज आया नहीं, भी तैनूं तो गुस्सा भी बड़ा आउंदा, मुख दे विच फिक्का भी उवें ही बोली जाना, माड़ा भी बोली जाना, निंदिया भी करी जाना। फिर ऐसी अवस्था च महाराज कहते भी जीव बाहरी पहरावा भी कर लवे गुरमुखां वाला, ते मालक अंदर दी जानदा, ते वो बाहरी उपदेश भी दवे, पर आप वो जन्म मरण दे विच रहिंदा जद तक वो आप मालक दे नाल प्रीत नहीं पाउंदा, जद तक वो आप अंदरों नाम दे नाल जुड़दा नहीं। इस वास्ते फिर सानू कहते बई आपां कल्ला ये बाहरी पहरावे तक सीमित नहीं रहना, आपां अंदरों जुड़ना नाम दे नाल, ताकि साडा मन बदले। जदों साडा मन बदल गया बाहरी पहरावा तो आपे ही बदल जाना। जे साडा मन ही नहीं बदलिया तो असीं बाहरी पहरावा बदल लिया तो मन तो साडा उही रहा, मन तो मैले का मैला ही, मन तो गंदा ही रहा। इस वास्ते फिर महाराज कहते जे जीव सत्संगत नहीं करता, सिमरन नहीं करता, फिर ओहदी अवस्था हो जाती महाराज कहते बाहरों निर्मल जीओ मैले, जीओ मैले बाहरों तो निर्मल, तिन्नी जन्म जुए हारे आ। बई जीव ने बाहरी का पहरावा कर लिया, बाहरों तो देखण नूं वस्त्र बड़े सोहने पाए, पहरावा बड़ा सोहना पाया, पर अंदरों जिहड़ा मन है वो मन मैला है। इस करके जे मन साडा मैला रहा तो असीं आउण जाण दे चक्कर च पई रहना, असीं जूनां दे विच आउंदे जांदे ही रहना। फिर महाराज दसदे जिसके अंतर वसे निरंकार, तिसकी सीख तरे संसार। बई जिहदे हिरदे विच, जिहदे मन दे विच निरंकार वस गया, जिहड़े मन मालक दे नाल जुड़ गए, नाम दे नाल जुड़ गए, सच निरंकार नाल जुड़ गए, फिर उन्हां दी सिੱਖਿਆ दे उत्ते चल के जिहड़ा संसार सागर तो असीं तर सकते। उन्हां गुरमुखां दा संग करके, उन्हां दी सत्संगत करके फिर असीं इस संसार तो तर सकते, अपने जीवन का लाहा कट सकते। फिर महाराज दसदे जो तुम भाने तिन प्रभ जाता, नानक उंजन चरण पराता। महाराज कहते भी जेड़े फिर परमात्मा नूं भाउंदे उहिओ मालक नूं जाणदे, निरंकार नूं उहिओ जाणदे ने। फिर सच्चे पातशाह कहते भी जेड़े मालक नूं भागे उन्होंने मालक नूं जान लिया, ते फिर सच्चे पातशाह कहते भी उन्हां दे चरनां दे नाल लग के असीं भी अगे तर सकते। बई गुरमुखां दा संग करके उन्हां दे चरण की हुंदे, उन्हां दी चरण धूड़ी असीं लैके उन्हां दे बचन सुन के, उन्हां बचनां दी धूड़ी जदों साडे हिरदे ते मन दे उत्ते पैंदी, साडे मन दी मैल ला दिंदी। फिर असीं उन्हां दा संग करके उन्हां दी चरण धूड़ी लैके असीं आपदे जीवन दा जिहड़ा लाहा कट सकदे, असीं इस संसार तो जीवन मुक्त हो के सदा वास्ते असीं अमर हो सकते हैं।
ਸਦਾ ਵਾਸਤੇ ਮਾਲਕ ਦੇ ਵਿੱਚ ਲੀਨ ਹੋ ਸਕਦੇ ਹਾਂ। ਫੇਰ ਮਹਾਰਾਜ ਦੱਸਦੇ, ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ, ਆਪਣਾ ਕੀਆ ਆਪੇ ਮਾਨੇ। ਜਦੋਂ ਅਸੀਂ ਮਾਲਕ ਨੂੰ, ਪਰਮਾਤਮਾ ਨੂੰ ਬੇਨਤੀ ਕਰਦੇ ਹਾਂ, ਫਿਰ ਮਾਲਕ ਸਭ ਕੁਝ ਜਾਣਦਾ, ਸਾਡੇ ਅੰਦਰ ਦੀ ਜਾਣਦਾ ਵੀ ਅਸੀਂ ਜਦੋਂ ਬੇਨਤੀਆਂ ਵੀ ਕਰਦੇ ਵੀ ਇਹ ਸਾਡੀਆਂ ਬੇਨਤੀਆਂ ਕਾਹਦੇ ਵਾਸਤੇ, ਇਹ ਅਸੀਂ ਮਾਲਕ ਨੂੰ ਮਿਲਣ ਵਾਸਤੇ ਬੇਨਤੀਆਂ ਕਰਦੇ ਹਾਂ ਕਿ ਜਾਂ ਅਸੀਂ ਸੰਸਾਰ ਦੇ ਵਿੱਚ ਮਾਇਆ ਦੀ ਖਾਤਰ ਬੇਨਤੀਆਂ ਕਰਦੇ ਹਾਂ। ਫਿਰ ਮਹਾਰਾਜ ਦੱਸਦੇ ਵੀ ਆਪਣਾ ਕੀ ਆਪੇ ਮਾਨੇ। ਮਾਲਕ ਨੇ ਫਿਰ ਆਪਦੇ ਜਿਹੜੇ ਜੀਅ ਪੈਦਾ ਕੀਤੇ, ਫਿਰ ਉਹਨਾਂ ਦੀ ਉਹ ਬੇਨਤੀ ਸੁਣਦਾ, ਕਿਉਂਕਿ ਮਾਲਕ ਹਰ ਸਮੇਂ ਜੋ ਵੀ ਅਸੀਂ ਬੋਲਦੇ, ਚਾਹੇ ਅਸੀਂ ਬੇਨਤੀ ਕਰਦੇ ਹਾਂ, ਚਾਹੇ ਆਪਾਂ ਉੱਦਾਂ ਵੀ ਸਹਿਜ ਸੁਭਾਅ ਬੋਲਦੇ ਹਾਂ। ਇਹ ਨਹੀਂ ਵੀ ਜਦੋਂ ਅਸੀਂ ਬੇਨਤੀ ਕਰਦੇ ਹਾਂ ਉਦੋਂ ਹੀ ਸੁਣਦਾ, ਵੀ ਉੱਦਾਂ ਸੁਣਦਾ। ਆਪਾਂ ਜੋ ਵੀ ਬੋਲਦੇ ਹਾਂ ਸਭ ਤੋਂ ਪਹਿਲਾਂ ਪਰਮਾਤਮਾ ਹੀ ਸੁਣਦਾ। ਚਾਹੇ ਅਸੀਂ ਚੰਗਾ ਬੋਲੇ ਮੁੱਖ ਚੋਂ, ਚਾਹੇ ਅਸੀਂ ਮੰਦਾ ਬੋਲਦੇ, ਸਭ ਤੋਂ ਪਹਿਲਾਂ ਸਾਡੀ ਗੱਲ ਮਾਲਕ ਕੋਲ ਪਹੁੰਚਦੀ ਹੈ, ਉਹ ਸੁਣਦਾ। ਫਿਰ ਉਸ ਤੋਂ ਬਾਅਦ ਆਪਾਂ ਸੁਣਦੇ। ਜਿਵੇਂ ਹੁਣ ਆਪਾਂ ਬੋਲ ਰਹੇ ਹਾਂ, ਖਾਲੀ ਖਲਾ ਦੇ ਵਿੱਚ ਆਵਾਜ਼ ਜਾ ਰਹੀ ਹੈ ਤੇ ਇੱਥੇ ਮਾਲਕ ਆਪ ਮੌਜੂਦ ਹੈ। ਪਹਿਲਾਂ ਉਹ ਆਪ ਸੁਣੇਗਾ, ਫਿਰ ਉਹਦੇ ਵਿੱਚ ਦੀ ਅੱਗੇ ਆਵਾਜ਼ ਜਾਏਗੀ ਖਾਲੀ ਖਲਾ ਦੇ ਵਿੱਚ ਦੀ, ਫਿਰ ਅੱਗੇ ਆਪਣੇ ਕੋਲ ਉਹ ਸ਼ਕਤੀ ਹੈ ਸੁਣਨ ਵਾਸਤੇ। ਫਿਰ ਆਪਾਂ ਇਹ ਆਵਾਜ਼ ਨੂੰ ਸੁਣ ਕੇ ਅੰਦਰ ਲੈ ਕੇ ਜਾਵਾਂਗੇ, ਫਿਰ ਆਪਾਂ ਸੁਣਾਂਗੇ। ਇਸੇ ਤਰ੍ਹਾਂ ਹੀ ਜਦੋਂ ਵੀ ਆਪਾਂ ਮੁੱਖ ਦੇ ਵਿੱਚ ਬੋਲਦੇ, ਜਦੋਂ ਗੁਰਮੁਖ ਬੋਲਦੇ, ਉਹ ਅੰਮ੍ਰਿਤਮਈ ਵਚਨ ਹੁੰਦੇ, ਉਹਨਾਂ ਨੂੰ ਅਸੀਂ ਸੁਣ ਕੇ ਅੰਦਰ ਲੈ ਕੇ ਜਾਂਦੇ ਤੇ ਉਹ ਸਾਡੇ ਮਨ ਨੂੰ ਠੰਡਾ ਕਰ ਦਿੰਦੇ, ਸਾਡੇ ਮਨ ਨੂੰ ਸੀਤਲ ਕਰ ਦਿੰਦੇ, ਸਾਡੇ ਮਨ ਤੋਂ ਮੈਲ ਲਾ ਦਿੰਦੇ, ਸਾਨੂੰ ਸੁੱਖ ਮਿਲਦਾ। ਤੇ ਜਦੋਂ ਮਨਮੁਖ ਬੋਲਦਾ, ਉਹ ਫਿੱਕਾ ਬੋਲਦਾ, ਮਾੜਾ ਬੋਲਦਾ, ਮੁੱਖ ਚੋਂ ਅੱਗ ਕੱਢਦਾ ਤੇ ਬੋਲ ਕੇ ਛੱਡਦਾ ਉਹ ਵੀ ਆ ਖਾਲੀ ਖਲਾ ਇੱਥੇ। ਤੇ ਇੱਥੋਂ ਫਿਰ ਅਸੀਂ ਜਦੋਂ ਉਹ ਮਨਮੁਖ ਦੇ ਵਚਨ ਫੜਦੇ ਹਾਂ, ਉਹ ਫਿਰ ਜਦੋਂ ਸਾਡੇ ਅੰਦਰ ਜਾਂਦੇ ਤੇ ਉਹ ਸਾਡੇ ਅੰਦਰ ਜਾਣ ਸਾਰੀ ਅੱਗ ਲਾ ਦਿੰਦੇ, ਸਾਡੇ ਮਨ ਨੂੰ ਅਸ਼ਾਂਤ ਕਰ ਦਿੰਦੇ, ਸਾਡੇ ਮਨ ਨੂੰ ਦੁਖੀ ਕਰ ਦੇਣਾ। ਕਿਉਂ? ਇਸ ਵਾਸਤੇ ਜੋ ਵੀ ਆਪਾਂ ਬੋਲਦੇ ਹਾਂ ਸਭ ਤੋਂ ਪਹਿਲਾਂ ਸਾਡੀ ਆਵਾਜ਼ ਮਾਲਕ ਹੀ ਸੁਣਦਾ, ਉਹਦੇ ਵਿੱਚ ਦੀ ਫਿਰ ਅੱਗੇ ਆਵਾਜ਼ ਜਾਂਦੀ, ਫਿਰ ਆਪਾਂ ਸੁਣਦੇ ਹਾਂ। ਫਿਰ ਮਹਾਰਾਜ ਦੱਸਦੇ, ਆਪੇ ਆਪ ਕਰਤ ਨਵੇਰਾ, ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ। ਮਾਲਕ ਆਪ ਹੀ, ਪਰਮਾਤਮਾ ਫਿਰ ਸਾਡੇ ਮਨ ਦਾ ਜਿਹੜਾ ਨਵੇੜਾ ਕਰਦਾ। ਕਿਸੇ ਜੀਵਨ ਨੂੰ ਉਹ ਮਾਲਕ ਆਪਣਾ ਆਪ ਨੇੜੇ ਜਣਾ ਦਿੰਦਾ, ਜਿਵੇਂ ਗੁਰਮੁਖਾਂ ਨੂੰ ਨੇੜੇ ਜਣਾ ਦਿੱਤਾ ਵੀ ਮਾਲਕ ਨੇੜੇ, ਹਰ ਸਮੇਂ ਉਹ ਸਾਡੀ ਗੱਲ ਸੁਣਦਾ। ਉਹ ਸਮਝਦੇ ਵੀ ਮਾਲਕ ਨੇੜੇ ਆ, ਤਾਂਹੀਓ ਕਹਿੰਦੇ ਵੀ ਉਹ ਸਾਡੀ ਸੁਣਦਾ। ਤੇ ਕੋਈ ਕਹਿੰਦਾ ਵੀ ਨਹੀਂ, ਮਾਲਕ ਦੂਰ ਹੈ, ਕਿਸੇ ਨੂੰ ਦੂਰ ਜਣਾ ਦੇ। ਪਰਮਾਤਮਾ ਨਹੀਂ ਜੀ, ਉਹ ਤਾਂ ਪਤਾ ਨਹੀਂ ਸਾਡੀ ਸੁਣਦਾ ਕਿ ਨਹੀਂ ਸੁਣਦਾ। ਜਿਵੇਂ ਆਮ ਸੰਸਾਰ 'ਚ ਜੀਵ ਕਹਿ ਦਿੰਦੇ ਵੀ ਹੁਣ ਤਾਂ ਰੱਬ ਵੀ ਦੂਰ ਚਲਾ ਗਿਆ ਜੀ, ਵੀ ਹੁਣ ਤਾਂ ਰੱਬ ਸੁਣਦਾ ਹੀ ਨਹੀਂ। ਵੀ ਪਹਿਲਾਂ ਪੁਰਾਣੇ ਸਮਿਆਂ ਦੇ ਵਿੱਚ ਉਦੋਂ ਨੇੜੇ ਸੀ, ਉਹ ਸੁਣ ਲੈਂਦਾ ਸੀ, ਹੁਣ ਉਹ ਦੂਰ ਹੋ ਗਿਆ। ਇਹ ਨਹੀਂ ਪਤਾ ਵੀ ਮਾਲਕ ਨਹੀਂ ਦੂਰ ਹੋਇਆ, ਅਸੀਂ ਦੂਰ ਹੋ ਗਏ। ਪਰਮਾਤਮਾ ਤਾਂ ਸਾਡੇ ਹਰ ਸਮੇਂ ਅੰਗ ਸੰਗੀ। ਅਸੀਂ ਅਗਿਆਨੀ ਹੋ ਗਏ, ਅਸੀਂ ਮਨਮੁਖ ਹੋ ਗਏ, ਅਸੀਂ ਉਹ ਤੋਂ ਹੋਰ ਜ਼ਿਆਦਾ ਦੂਰ ਚਲੇ ਗਏ ਹਾਂ, ਤਾਂ ਅਸੀਂ ਕਹਿੰਦੇ ਹਾਂ ਵੀ ਮਾਲਕ ਦੂਰ ਹੋ ਗਿਆ। ਪਰਮਾਤਮਾ ਦੂਰ ਨਹੀਂ ਹੈ, ਉਹ ਤਾਂ ਹਰ ਸਮੇਂ ਸਾਡੇ ਅੰਗ ਸੰਗ, ਸਾਡੇ ਅੰਦਰ ਵੀ ਹੈ ਤੇ ਬਾਹਰ ਵੀ ਚਾਰ ਚੁਫੇਰੇ ਮੌਜੂਦ ਹੈ। ਪਰ ਮਾਲਕ ਫਿਰ ਜਿਨ੍ਹਾਂ ਤੇ ਕਿਰਪਾ ਕਰਦਾ, ਗੁਰਮੁਖਾਂ ਤੇ ਜਿਹੜੇ ਫਿਰ ਗੁਰੂ ਦੀ ਸ਼ਰਨ 'ਚ ਆਉਂਦੇ, ਉਹਨਾਂ ਨੂੰ ਮਾਲਕ ਫਿਰ ਆਪਣਾ ਨੇੜੇ ਜਣਾ ਦਿੰਦਾ। ਤੇ ਜਿਹੜੇ ਫਿਰ ਸੰਗਤ ਨਹੀਂ ਕਰਦੇ, ਉਹਨਾਂ ਨੂੰ ਫਿਰ ਦੂਰ ਹੋ ਜਾਂਦਾ। ਉਹ ਸਮਝਦੇ ਵੀ ਰੱਬ ਪਤਾ ਨਹੀਂ ਕਿੱਥੇ, ਕਿੱਡੀ ਕੁ ਦੂਰ ਰਹਿੰਦਾ।
ਉਹ ਇਸੇ ਕਰਕੇ ਦੂਰ ਸਮਝਦੇ ਕਰਕੇ ਬੋਲਣ ਲੱਗੇ ਪਰਹੇਜ਼ ਨਹੀਂ ਕਰਦੇ, ਨਿੰਦਿਆ ਕਰਨ ਲੱਗੇ ਪਰਹੇਜ਼ ਨਹੀਂ ਕਰਦੇ ਵੀ ਸਾਨੂੰ ਕਿਹੜਾ ਕੋਈ ਸੁਣਦਾ। ਜੇ ਉਹਨਾਂ ਨੂੰ ਨੇੜੇ ਜਨਾਇਆ ਹੋਵੇ ਤੇ ਫਿਰ ਉਹ ਨਿੰਦਿਆ ਕਿਉਂ ਕਰਨ, ਜੇ ਉਹਨਾਂ ਨੂੰ ਨੇੜੇ ਜਨਾਇਆ ਹੋਵੇ ਫਿਰ ਉਹ ਮੁੱਖ ਚੋਂ ਫਿੱਕਾ ਮਾੜੇ ਵਚਨ ਕਿਉਂ ਬੋਲਣ। ਫਿਰ ਤਾਂ ਜਿਨ੍ਹਾਂ ਨੂੰ ਨੇੜੇ ਜਨਾ ਦਿੱਤਾ ਮਾਲਕ ਨੇ ਉਹ ਕਦੇ ਕਿਸੇ ਨੂੰ ਫਿੱਕਾ ਨਹੀਂ ਬੋਲਦੇ, ਉਹ ਮੁੱਖ ਚੋਂ ਐਸਾ ਵਚਨ ਕੱਢਦੇ ਹੀ ਨਹੀਂ ਕਦੇ ਵੀ ਜਿਹਦੇ ਨਾਲ ਕਿਸੇ ਦਾ ਮਨ ਦੁਖੇ, ਜਿਹਦੇ ਨਾਲ ਕਿਸੇ ਨੂੰ ਤਕਲੀਫ ਹੋਵੇ। ਇਸ ਕਰਕੇ ਕਿਉਂ ਨਹੀਂ ਕੱਢਦੇ, ਕਿਉਂਕਿ ਗੁਰਮੁਖਾਂ ਨੂੰ ਪਤਾ ਵੀ ਸਾਡੀ ਆਵਾਜ਼ ਸਭ ਤੋਂ ਪਹਿਲਾਂ ਮਾਲਕ ਨੇ ਸੁਣਨੀ ਤੇ ਫਿਰ ਦੂਸਰਾ ਜੀਵ ਸੁਣੇਗਾ। ਤੇ ਉਹ ਨਹੀਂ ਚਾਹੁੰਦੇ ਵੀ ਮਾਲਕ ਸਾਡੀ ਕੋਈ ਐਸੀ ਆਵਾਜ਼ ਸੁਣੇ ਵੀ ਜਿਹੜੀ ਮਾਲਕ ਨੂੰ ਚੰਗੀ ਨਾ ਲੱਗੇ। ਵੀ ਜਦੋਂ ਅਸੀਂ ਫਿੱਕਾ ਬੋਲਦੇ, ਮਾੜਾ ਬੋਲਦੇ ਹਾਂ, ਉਦੋਂ ਅਸੀਂ ਮਾਲਕ ਨੂੰ ਚੰਗੇ ਨਹੀਂ ਲੱਗਦੇ, ਉਹਨੂੰ ਅਸੀਂ ਭਾਉਂਦੇ ਨਹੀਂ। ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਵੀ ਜਿਨ੍ਹਾਂ ਤੇ ਫਿਰ ਮਾਲਕ ਕਿਰਪਾ ਕਰਦੇ ਉਹਨਾਂ ਨੂੰ ਨੇੜੇ ਜਣਾ ਦਿੰਦੇ, ਤੇ ਜਿਨ੍ਹਾਂ ਨੇ ਸੰਗਤ ਨਹੀਂ ਕੀਤੀ ਉਹਨਾਂ ਨੂੰ ਫਿਰ ਦੂਰ ਜਣਾ ਦਿੰਦੇ। ਉਹ ਸਮਝਦੇ ਵੀ ਰੱਬ ਦੂਰ ਹੈ। ਫਿਰ ਅੱਗੇ ਮਹਾਰਾਜ ਦੱਸਦੇ ਅਪਾਵ ਸਿਆਣਪ ਸਗਲ ਤੇ ਰਹਿਤ, ਸਭ ਕਿਛ ਜਾਣੇ ਆਤਮ ਕੀ ਰਹਿਤ। ਬਈ ਆਪਦੇ ਅਸੀਂ ਆਪਦੀਆਂ ਸਿਆਣਪਾਂ ਦੁਆਰਾ ਮਾਲਕ ਨੂੰ ਨਹੀਂ ਮਿਲ ਸਕਦੀ, ਆਪਣੀ ਮੱਤ ਦੁਆਰਾ, ਆਪਦੀ ਚਤਰਾਈ ਦੁਆਰਾ ਨਹੀਂ ਅਸੀਂ ਉਹਨੂੰ ਮਿਲ ਸਕਦੇ। ਕਿਉਂਕਿ ਮਾਲਕ ਸਭ ਕੁਝ ਜਾਣਦਾ, ਉਹ ਸਾਡੇ ਮਨ ਦੀ ਰਹਿਤ ਨੂੰ ਜਾਣਦਾ। ਸਭ ਕੁਛ ਜਾਣੇ ਆਤਮ ਕੀ ਰਹਿਤ, ਉਹ ਸਾਡੇ ਮਨ ਦੀ ਰਹਿਤਾਂ ਨੂੰ ਜਾਣਦਾ ਵੀ ਇਹ ਕਿਹੜੀਆਂ ਰਹਿਤਾਂ ਰੱਖਦੇ। ਹੁਣ ਜੇ ਅਸੀਂ ਸੰਗਤ ਨਹੀਂ ਕੀਤੀ, ਗੁਰੂ ਦੀ ਮੱਤ ਨਹੀਂ ਲਈ, ਅਸੀਂ ਮਨ ਦੀ ਰਹਿਤ ਰੱਖਦੀ, ਤੇ ਫਿਰ ਅਸੀਂ ਆਖੀਏ ਵੀ ਮਨ ਦੀ ਰਹਿਤ ਨਾ ਰੱਖੀਏ ਤੇ ਅਸੀਂ ਉਹਦਾ ਜਿੰਨੇ ਮਰਜ਼ੀ ਉਪਾਅ ਕਰੀ ਜਾਈਏ, ਜਿੰਨੇ ਮਰਜ਼ੀ ਅਸੀਂ ਆਪਦੀ ਸਿਆਣਪ ਵਰਤ ਲਈਏ, ਜਿੰਨੇ ਮਰਜ਼ੀ ਅਸੀਂ ਚਤੁਰ ਬੁੱਧੀ ਵਾਲੇ ਹੋ ਜਾਈਏ, ਅਸੀਂ ਪਰਮਾਤਮਾ ਨੂੰ ਨਹੀਂ ਮਿਲ ਸਕਦੇ, ਅਸੀਂ ਉਹਨੂੰ ਨੇੜੇ ਨਹੀਂ ਜਾਣ ਸਕਦੇ। ਫਿਰ ਇਸ ਲਈ ਫਿਰ ਮਹਾਰਾਜ ਕਹਿੰਦੇ ਚਤਰਾਈ ਨਾ ਚਤਰ ਭੁਜ ਪਾਈਏ, ਵੀ ਆਪਦੀ ਚਤਰਾਈ ਜਾਂ ਸਿਆਣਪ ਦੇ ਨਾਲ ਅਸੀਂ ਉਸ ਮਾਲਕ ਨੂੰ ਨਹੀਂ ਮਿਲ ਸਕਦੇ। ਸਗੋਂ ਤੇ ਸਾਡੀ ਚਤਰਾਈ, ਸਾਡੀ ਸਿਆਣਪ ਸਾਨੂੰ ਦੁਖੀ ਤਾਂ ਕਰ ਸਕਦੀ, ਅਸੀਂ ਹੋਰ ਦੁੱਖ ਤਾਂ ਪੈਦਾ ਕਰ ਲਾਂਗੇ, ਪਰ ਅਸੀਂ ਸੁਖੀ ਨਹੀਂ ਹੋ ਸਕਦੇ। ਸੁਖੀ ਹੋਣ ਵਾਸਤੇ ਫਿਰ ਸਾਨੂੰ ਗੁਰੂ ਦੀ ਮੱਤ ਲੈਣੀ ਪੈਂਦੀ, ਆਪਦੀ ਮੱਤ ਜਿਹੜੀ ਇਹ ਛੱਡਣੀ ਪੈਂਦੀ ਹੈ। ਜਿਹੜੀਆਂ ਫਿਰ ਸਾਨੂੰ ਰਹਿਤਾਂ ਦੱਸਦੇ ਉਹ ਸਾਨੂੰ ਰਹਿਤਾਂ ਰੱਖਣੀਆਂ ਪੈਂਦੀਆਂ, ਫਿਰ ਆਪਾਂ ਇਸ ਮਾਰਗ ਦੇ ਉੱਤੇ ਚੱਲਦੇ ਹਾਂ। ਫਿਰ ਮਾਲਕ ਸਾਨੂੰ ਆਪਾਂ ਨੇੜੇ ਵਜਾਉਂਦਾ। ਹੁਣ ਜਿਵੇਂ ਅਸੀਂ ਰਹਿਤ ਰੱਖੀਏ ਨਾ, ਜਿਵੇਂ ਹੁਣ ਜੀਵ ਡਾਕਟਰ ਪਾਸ ਜਾਂਦਾ, ਉਹਨੂੰ ਕੋਈ ਰੋਗ ਹੈ, ਉਹਨੂੰ ਡਾਕਟਰ ਦਵਾਈ ਦਿੰਦਾ ਤੇ ਨਾਲ ਉਹ ਪਰਹੇਜ਼ ਦੱਸਦਾ ਵੀ ਆਹ ਤੁਸੀਂ ਪਰਹੇਜ਼ ਰੱਖਣੇ ਦਵਾਈ ਦੇ ਨਾਲ, ਤੇ ਨਾਲ ਇਹ ਦੱਸਦਾ ਵੀ ਪਰਹੇਜ਼ ਜ਼ਿਆਦਾ ਜ਼ਰੂਰੀ ਨਹੀਂ, ਬਈ ਦਵਾਈ ਵੀ ਖਾਣੀ ਤੇ ਪਰਹੇਜ਼ ਵੀ ਰੱਖਣੇ। ਜੇ ਤੁਸੀਂ ਪਰਹੇਜ਼ ਨਹੀਂ ਰੱਖੋਗੇ, ਦਵਾਈ ਖਾਈ ਵੀ ਜਾਇਓ ਤਾਂ ਵੀ ਤੁਹਾਡਾ ਇਲਾਜ ਨਹੀਂ ਹੋਣਾ। ਹੁਣ ਇਸੇ ਤਰ੍ਹਾਂ ਹੀ ਸਾਡੇ ਮਨ ਦਾ ਇਲਾਜ ਫਿਰ ਆਪਾਂ ਕਰਾਉਣ ਵਾਸਤੇ ਸੰਗਤ 'ਚ ਆਉਂਦੇ, ਤੇ ਮਹਾਰਾਜ ਫਿਰ ਸਾਨੂੰ ਦੱਸਦੇ ਵੀ ਇਹ ਸਿਮਰਨ ਕਰੋ, ਤੇ ਸਿਮਰਨ ਦੇ ਨਾਲ ਨਾਲ ਇਹ ਮਨ ਦੀਆਂ ਰਹਿਤਾਂ ਦੱਸਦੇ ਵੀ ਇਹ ਰਹਿਤਾਂ ਰੱਖੋ। ਹੁਣ ਜੇ ਅਸੀਂ ਰਹਿਤਾਂ ਰੱਖਾਂਗੇ ਨਹੀਂ, ਡਾਕਟਰ ਪਾਸ ਜਾ ਕੇ ਜੀਵ ਉਹ ਜੋ ਰਹਿਤਾਂ ਦੱਸੇ ਉਹ ਰਹਿਤਾਂ ਰੱਖੇ ਨਾ, ਤੇ ਫਿਰ ਉਹ ਕਿਵੇਂ ਠੀਕ ਹੋਵੇ, ਉਹਦਾ ਰੋਗ ਠੀਕ ਹੋ ਹੀ ਨਹੀਂ ਸਕਦਾ। ਇਸ ਲਈ ਭਾਈ ਗੁਰਦਾਸ ਜੀ ਕਹਿੰਦੇ ਪੂਛਤ ਹੈ ਵੈਦ ਖਾਤ ਔਖਦ ਨ ਸੰਜਮ ਸੇ, ਕੈਸੇ ਮਿਟੇ ਰੋਗ ਸੁਖ ਸਹਿਜ ਸਮਾਈਏ। ਬਈ ਵੈਦ ਨੂੰ ਜਾ ਕੇ ਮਰੀਜ਼ ਪੁੱਛਦਾ ਬਈ ਮੈਨੂੰ ਦਵਾਈ ਦੇ, ਤੇ ਉਹ ਦਵਾਈ ਦਿੰਦਾ, ਤੇ ਉਹ ਔਖਦ ਨੂੰ ਖਾਵੇ ਨਾ ਦਵਾਈ ਨੂੰ। ਤੇ ਜਿਹੜੇ ਉਹਨੇ ਸੰਜਮ ਦੱਸੇ
ਵੀ ਆ ਪਰਹੇਜ਼ ਰੱਖਣੇ, ਉਹ ਪਰਹੇਜ਼ ਰੱਖੇ ਨਾ, ਤੇ ਫਿਰ ਉਹ ਕਿਵੇਂ ਸੁਖੀ ਹੋਵੇ, ਕਿਵੇਂ ਉਹ ਸਹਿਜ ਵਿੱਚ ਸਮਾਵੇ, ਕਿਵੇਂ ਉਹਨੂੰ ਸ਼ਾਂਤੀ ਆਵੇ। ਉਹ ਇਸੇ ਤਰ੍ਹਾਂ ਹੀ ਫਿਰ ਮਹਾਰਾਜ ਕਹਿੰਦੇ ਵੀ ਆਪਦੀ ਸਿਆਣਪ ਨਾਲ ਨਹੀਂ, ਕਿਉਂਕਿ ਮਾਲਕ ਅੰਦਰੋਂ ਜਾਣਦਾ ਸਾਨੂੰ, ਉਹ ਸਾਡੇ ਮਨ ਦੀਆਂ ਰੀਤਾਂ ਨੂੰ ਜਾਣਦਾ ਹੈ। ਫਿਰ ਮਹਾਰਾਜ ਦੱਸਦੇ, ਜਿਸ ਭਾਵੇ ਤਿਸ ਲਈ ਲੜ ਲਾਏ, ਥਾਨਤ ਨੰਤ ਰਿਹਾ ਸਮਾਏ। ਜਿਹੜੇ ਫਿਰ ਰੀਤਾਂ ਰੱਖਦੇ ਉਹ ਮਾਲਕ ਨੂੰ ਭਾ ਜਾਂਦੇ, ਤੇ ਜਿਹੜੇ ਉਹਨੂੰ ਭਾ ਗਏ ਉਹਨਾਂ ਨੂੰ ਆਪਦੇ ਲੜ ਲਾ ਲੈਂਦਾ। ਹੁਣ ਮਾਲਕ ਦਾ ਲੜ ਕੀ ਹੈ? ਜੋ ਸਾਡੇ ਅੰਦਰ ਇਹ ਨਾਮ ਚੱਲਦਾ, ਇਹਨੂੰ ਮਾਲਕ ਦਾ ਲੜ ਕਹਿੰਦੇ, ਇਹਨੂੰ ਮਾਲਕ ਦਾ ਪੱਲਾ ਕਹਿੰਦੇ, ਵੀ ਅਸੀਂ ਉਹਦੇ ਪੱਲੇ ਨਾਲ, ਉਹਦੇ ਲੜ ਨਾਲ ਲੱਗ ਗਏ। ਜਿਵੇਂ ਆਪਾਂ ਦੇਖਦੇ ਸੰਸਾਰ 'ਚ ਵਿਆਹ ਹੁੰਦਾ, ਜਦੋਂ ਵਿਆਹ ਹੁੰਦਾ ਉਹ ਲੜਕੀ ਦਾ ਪੱਲਾ ਲੜਕੇ ਨੂੰ ਫੜਾਇਆ ਜਾਂਦਾ, ਤੇ ਉਦੋਂ ਕਹਿੰਦੇ ਵੀ ਇਹਦੇ ਪੱਲੇ ਨਾਲ ਲਾਤੀ। ਤੇ ਇਸੇ ਤਰ੍ਹਾਂ ਹੀ ਫਿਰ ਮਾਲਕ ਸਾਨੂੰ ਆਪਦੇ ਨਾਲ ਲੜਦੇ ਲਾ ਲੈਂਦਾ। ਕਦੋਂ ਲਾਉਂਦਾ? ਜਦੋਂ ਫਿਰ ਅਸੀਂ ਇਹ ਸਤਸੰਗਤ ਕਰਦੇ ਹੋਏ ਇਹ ਮਨ ਦੀਆਂ ਰੀਤਾਂ ਰੱਖਦੇ ਨਾਲ ਸਿਮਰਨ ਕਰਦੇ, ਜਿਸ ਨੂੰ ਮਹਾਰਾਜ ਕਹਿੰਦੇ ਵੀ ਕੀ ਅਸੀਂ ਛੱਡਿਆ ਤੇ ਕੀ ਛੱਡਣ ਤੋਂ ਬਾਅਦ ਅਸੀਂ ਲੜਦੇ ਨਾਲ ਲੱਗੇ ਪੱਲੇ ਨਾਲ। ਮਹਾਰਾਜ ਕਹਿੰਦੇ, ਔਸਤ ਨਿੰਦਾ ਨਾਨਕ ਜੀ, ਮੈਂ ਹੱਬ ਵੰਜਾਈ ਛੋੜਿਆ, ਹੱਬ ਕਿਛ ਤੇ ਆਗੀ, ਸਭੇ ਸਾਕ ਕੜਾਵੇ ਡਿਠੇ, ਤੋ ਪੱਲੇ ਤੈਂਡੇ ਲਾਗੀ। ਕਿ ਜਦੋਂ ਮੈਂ ਸੰਸਾਰ 'ਚ ਦੇਖ ਲਿਆ ਵੀ ਸਾਰੇ ਰਿਸ਼ਤੇ ਨਾਤੇ ਝੂਠੇ ਨੇਜਰ, ਜਿਹੜੀ ਸੰਸਾਰ ਦੀ ਔਸਤ ਨਿੰਦਾ ਸੀ ਇਹ ਵੀ ਛੱਡ ਦਿੱਤੀ, ਮਨ ਦੀਆਂ ਰੀਤਾਂ ਰੱਖੀਆਂ, ਤੇ ਫਿਰ ਤੇਰੇ ਪੱਲੇ ਨਾਲ ਲੱਗੀ। ਫਿਰ ਮਾਲਕ ਸਾਨੂੰ ਆਪਦੇ ਲੜ ਦੇ ਨਾਲ ਲਾ ਲੈਂਦਾ, ਤੇ ਜਿਹੜਾ ਥਾਨਤ ਅਨੰਤ ਰਿਹਾ ਸਮਾਏ, ਵੀ ਜਿਹੜਾ ਹਰ ਥਾਂ ਤੇ ਸਮਾਇਆ ਹੋਇਆ, ਐਸੀ ਕੋਈ ਥਾਂ ਹੀ ਨਹੀਂ ਜਿੱਥੇ ਉਹ ਨਾ ਹੋਵੇ। ਇਸ ਵਾਸਤੇ ਫਿਰ ਕਹਿੰਦੇ ਵੀ ਅਸੀਂ ਉਹ ਵਰ, ਉਹ ਪਤੀ ਪਾ ਲਿਆ ਵੀ ਜਿਹੜਾ ਕਦੇ ਜੰਮਦਾ ਕਦੇ ਮਰਦਾ ਨਹੀਂ, ਜਿਹੜਾ ਸਾਨੂੰ ਕਦੇ ਇਕੱਲਿਆਂ ਨੂੰ ਛੱਡ ਕੇ ਜਾਂਦਾ ਨਹੀਂ। ਹੁਣ ਅਸੀਂ ਸਦਾ ਸੁਹਾਗਣਾ ਹੋ ਗਈਆਂ, ਕਦੇ ਸਾਡਾ ਇਹ ਪਤੀ ਸਾਨੂੰ ਛੱਡੇਗਾ ਨਹੀਂ। ਜਿਸ ਨੂੰ ਮਹਾਰਾਜ ਕਹਿੰਦੇ, ਅਕਾਲ ਮੂਰਤ ਬਰ ਪਾਇਆ ਅਵਨਾਸੀ, ਨਾ ਕਦੇ ਮਰੇ ਨਾ ਜਾਇਆ, ਵਿਆਹ ਹੋਆ ਮੇਰੇ ਬਾਬਲਾ, ਗੁਰਮੁਖੀ ਹਰ ਪਾਇਆ। ਕਿ ਸਾਡਾ ਵਿਆਹ ਹੋ ਗਿਆ ਤੇ ਬਰ ਉਹ ਪਾ ਲਿਆ ਕਾਲ ਮੂਰਤ ਅਵਨਾਸੀ, ਵੀ ਜਿਹੜਾ ਕਦੇ ਨਾਸ ਨਹੀਂ ਹੁੰਦਾ, ਜਿਹੜਾ ਕਦੇ ਸਾਨੂੰ ਛੱਡ ਕੇ ਨਹੀਂ ਜਾਂਦਾ। ਤੇ ਇਸ ਵਾਸਤੇ ਫਿਰ ਕਹਿੰਦੇ ਵੀ ਉਹਦੇ ਲੜ ਦੇ ਨਾਲ ਲੱਗੇ, ਜਿਹੜਾ ਫਿਰ ਹਰ ਥਾਂ ਤੇ ਮੌਜੂਦ ਹੈ। ਫਿਰ ਮਹਾਰਾਜ ਕਹਿੰਦੇ, ਸੋ ਸੇਵਕ ਜਿਸ ਕਿਰਪਾ ਕਰੀ, ਨਿਮਖ ਨਿਮਖ ਜਪ ਨਾਨਕ ਹਰੀ। ਵੀ ਜਿਸ ਸੇਵਕ ਦੇ ਉੱਤੇ ਫਿਰ ਮਾਲਕ ਨੇ ਕਿਰਪਾ ਕਰ ਦਿੱਤੀ, ਜਿਹਨੂੰ ਆਪਦੇ ਪੱਲੇ ਨਾਲ ਲਾ ਲਿਆ, ਆਪਦੇ ਨਾਲ ਮਿਲਾ ਲਿਆ, ਫਿਰ ਉਹ ਨਿਮਖ ਨਿਮਖ ਮਾਲਕ ਨੂੰ ਜਪਦਾ, ਉਹ ਸਦਾ ਹੀ ਫਿਰ ਉਹ ਹਰੀ ਨੂੰ ਜਪਦਾ, ਮਾਲਕ ਨੂੰ, ਉਹਨਾਂ ਦੀ ਲਿਵ ਸਦਾ ਹੀ ਲੱਗੀ ਰਹਿੰਦੀ ਗੁਰਮੁਖਾਂ ਦੀ। ਚਾਹੇ ਉਹ ਸੰਸਾਰ ਦੇ ਵਿੱਚ ਕੁਝ ਵੀ ਕਰਨ, ਪਰ ਉਹਨਾਂ ਦੀ ਲਿਵ ਕਦੇ ਟੁੱਟਦੀ ਨਹੀਂ ਹੈ। ਚਾਹੇ ਉਹ ਕੰਮ ਕਰ ਰਹੇ, ਚਾਹੇ ਉਹ ਸੰਸਾਰ 'ਚ ਵਿਚਰੇ, ਸੰਸਾਰ ਦਾ ਐਸਾ ਕੋਈ ਕਰਮ ਹੀ ਨਹੀਂ ਵੀ ਜਿਹੜਾ ਉਹਨਾਂ ਨੂੰ ਤੋੜ ਸਕੇ, ਜਿਹਦੇ ਨਾਲ ਉਹਨਾਂ ਦੀ ਲਿਵ ਟੁੱਟ ਸਕੇ। ਉਹਨਾਂ ਦੀ ਲਿਵ ਸਦਾ ਲੱਗੀ ਰਹਿੰਦੀ, ਮਾਲਕ ਨੂੰ ਦੇਖਦੇ ਰਹਿੰਦੇ, ਮਾਲਕ ਦੀ ਆਵਾਜ਼ ਨੂੰ ਸੁਣਦੇ ਰਹਿੰਦੇ। ਉਹਨਾਂ ਦੇ ਅੰਦਰ ਸਦਾ ਮਾਲਕ ਦੀ ਆਵਾਜ਼ ਚੱਲਦੀ ਹੈ, ਨਾਦ ਸਦਾ ਚੱਲਦਾ ਰਹਿੰਦਾ, ਨਾਮ, ਤੇ ਨਾਮ ਨੂੰ ਸੁਣਦੇ ਰਹਿੰਦੇ, ਤੇ ਨਾਮ ਹੁਕਮ ਹੈ। ਤੇ ਜਦੋਂ ਅਸੀਂ ਉਹ ਹੁਕਮ ਨੂੰ ਸੁਣਦੇ ਹੋਏ ਜੋ ਵੀ ਸੰਸਾਰ 'ਚ ਕਰਮ ਕਰਦੇ ਹਾਂ, ਉਹ ਸਾਡਾ ਕੀਤਾ ਪ੍ਰਵਾਨ ਹੋ ਜਾਂਦਾ। ਇਸ ਕਰਕੇ ਫਿਰ ਗੁਰਮੁਖਾਂ ਵਾਸਤੇ ਕੋਈ ਪਾਪ ਨਹੀਂ ਰਹਿੰਦਾ। ਉਹ ਜੋ ਵੀ ਕਰਦੇ ਉਹਨਾਂ ਦਾ ਕੀਤਿਆ ਹੋਇਆ
ਉਹੀਓ ਪਰਵਾਨ ਨੇ। ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਵੀ ਇੱਥੇ ਫਿਰ ਅੰਤਰ ਆ ਜਾਂਦਾ ਆਮ ਜੀਵ ਤੇ ਗੁਰਮੁਖਾਂ ਦੇ ਵਿੱਚ। ਉਹਨਾਂ ਨੂੰ ਯੋਗਤੀ ਆ ਗਈ, ਤਰੀਕਾ ਆ ਗਿਆ ਵੀ ਕਿਵੇਂ ਸੰਸਾਰ ਦੇ ਵਿੱਚ ਰਹਿੰਦੇ ਹੋਏ ਜੀਵਨ ਮੁਕਤ ਰਹਿਣਾ। ਉਹ ਸੰਸਾਰ ਦੇ ਵਿੱਚ ਖਾਂਦੇ ਪੀਂਦੇ ਪਹਿਨਦੇ ਹੱਸਦੇ ਖੇਡਦੇ ਪਰਿਵਾਰ ਦੇ ਵਿੱਚ ਉਹ ਵਿੱਚ ਹੀ ਮੁਕਤ ਰਹਿੰਦੇ। ਜਿਸ ਨੂੰ ਮਹਾਰਾਜ ਕਹਿੰਦੇ ਨਾਨਕ ਸਤਿਗੁਰ ਭੇਟਿਆਂ ਪੂਰੀ ਹੋਵੇ ਜੁਗਤ, ਹੱਸੰਦਿਆਂ ਖਿਲੰਦਿਆਂ ਪਹਿਨੰਦਿਆਂ ਖਵੰਦਿਆਂ ਵਿੱਚੇ ਹੋਵੇ ਮੁਕਤ। ਬਈ ਉਹਨਾਂ ਗੁਰਮੁਖਾਂ ਨੂੰ ਪੂਰੀ ਜੁਗਤੀ ਆ ਗਈ, ਪੂਰਨ ਉਹਨਾਂ ਨੇ ਜੁਗਤ ਸਿੱਖ ਲਈ। ਇਸ ਕਰਕੇ ਫਿਰ ਉਹ ਸੰਸਾਰ ਦੇ ਵਿੱਚ ਰਹਿੰਦੀ ਮੁਕਤ, ਉਹ ਕੁਛ ਵੀ ਕਰ ਰਹੇ ਫਿਰ ਵੀ ਉਹ ਮੁਕਤ ਨੇ। ਉਹ ਇਧਰ ਵੱਜਦੇ ਨਹੀਂ, ਇਹ ਮਾਇਆ ਉਹਨਾਂ ਨੂੰ ਬੰਨ੍ਹ ਨਹੀਂ ਸਕਦੀ। ਫਿਰ ਮਹਾਰਾਜ ਅੱਗੇ ਦੱਸਦੇ ਸ਼ਲੋਕ, ਕਾਮ ਕਰੋਧ ਔਰ ਲੋਭ ਮੋਹ ਬਿਨ ਸਜਾਏ ਅਹਮੇਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਬਈ ਇਹ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਜਿਹੜਾ ਸਾਡਾ ਮਨ ਇਧਰ ਹਉਮੈ ਵਿੱਚ ਹੰਕਾਰੀ ਹੋ ਗਏ, ਫਿਰ ਮਾਲਕ ਨੂੰ ਬੇਨਤੀ ਕਰਦੇ ਵੀ ਤੇਰੀ ਸ਼ਰਨ ਦੇ ਵਿੱਚ ਆਏ ਹੋ, ਤੁਸੀਂ ਸਾਡੇ ਤੇ ਕਿਰਪਾ ਕਰੋ ਵੀ ਇਹ ਸਾਡੇ ਅੰਦਰੋਂ ਬਿਨਸ ਜਾਣ, ਇਹ ਚਲੇ ਜਾਣ। ਜਿਵੇਂ ਹੁਣ ਇਹ ਪਹਿਲਾਂ ਜਦੋਂ ਅਸੀਂ ਮਾਲਕ ਦੀ ਸ਼ਰਨ 'ਚ ਨਹੀਂ ਜਾਂਦੇ, ਇਹ ਸਾਡੇ ਮਨ ਨੂੰ ਸਤਾਉਂਦੇ, ਇਹਨਾਂ ਨੂੰ ਦੂਤ ਆਖੀਏ, ਇਹਨਾਂ ਨੂੰ ਜਮ ਆਖੀਏ, ਇਹ ਸਾਡੇ ਅੰਦਰ ਵਕਾਰ ਪੈਦਾ ਕਰਦੇ। ਪੰਜ ਦੂਤ ਚਿੱਤ ਬੇਬਕਾਰਾ, ਮਾਇਆ ਮੋਹ ਇਹੋ ਪਸਾਰਾ। ਵੀ ਇਹਨਾਂ ਨੇ ਜਾਲ ਵਿਛਾ ਕੇ ਸਾਡੇ ਮਨ ਨੂੰ ਦੁਖੀ ਕਰਨਾ, ਮਨ ਨੂੰ ਇਹਨਾਂ ਨੇ ਮਾਰਗ ਤੇ ਜਮਾ ਦੇ ਤੇ ਲਿਜਾ ਕੇ ਫਿਰ ਵਾਪਸ ਜੂਨਾਂ 'ਚ ਲੈ ਕੇ ਜਾਣਾ। ਜਦੋਂ ਆਪਾਂ ਆਪਦੇ ਘਰ ਚਲੇ ਜਾਂਦੇ ਨਿਜ ਮਹਿਲ ਥਿਰ ਘਰ ਦੇ ਵਿੱਚ, ਉੱਥੇ ਨਹੀਂ ਇਹ ਜਾ ਸਕਦੇ, ਫਿਰ ਇਹ ਦਰ ਦੇ ਉੱਤੇ ਖੜੇ ਹੋ ਜਾਂਦੇ ਥੱਲੇ। ਜਿਸ ਨੂੰ ਮਹਾਰਾਜ ਕਹਿੰਦੇ ਪੰਜ ਪੈਰੂਆ ਦਰ ਮੇਰੇ ਇੱਥੇ, ਫਿਰ ਇਹ ਦਰ ਤੇ ਖੜੇ ਹੋ ਜਾਂਦੇ। ਗੁਰਮੁਖ ਉੱਪਰ ਚਲੇ ਗਏ ਆਪਦੇ ਘਰ, ਇਹ ਥੱਲੇ ਦਰ ਦੇ ਉੱਤੇ ਖੜੇ। ਫਿਰ ਇਹ ਗੁਰਮੁਖਾਂ ਦੇ ਪਾਣੀ ਹਾਰ ਬਣ ਜਾਂਦੇ। ਵੀ ਪਹਿਲਾਂ ਤਾਂ ਇਹ ਸਾਤੋਂ ਆਪਦੀ ਗੁਲਾਮੀ ਕਰਾਉਂਦੇ, ਫਿਰ ਗੁਰਮੁਖਾਂ ਦੇ ਗੁਲਾਮ ਬਣ ਜਾਂਦੇ। ਜੋ ਫਿਰ ਗੁਰਮੁਖ ਇਹਨਾਂ ਨੂੰ ਹੁਕਮ ਕਰਦੇ, ਫਿਰ ਉਹੀਓ ਇਹ ਹੁਕਮ ਨੂੰ ਮੰਨਦੇ। ਜਿਸ ਨੂੰ ਮਹਾਰਾਜ ਕਹਿੰਦੇ ਸਗਲ ਸ੍ਰੇਸ਼ਟ ਕੇ ਪੰਜ ਸਿਕਦਾਰ, ਰਾਮ ਭਗਤ ਕੇ ਪਾਣੀ ਹਾਰ, ਜਗਤ ਪਾਸ ਤੇ ਲੇਤੇ ਦਾਨ, ਗੋਬਿੰਦ ਭਗਤ ਕੋ ਕਰੇ ਸਲਾਮ। ਵੀ ਜਿਹੜੇ ਮਾਲਕ ਦੀ ਭਗਤੀ ਕਰਦੇ ਉਹਨਾਂ ਨੂੰ ਇਹ ਸਲਾਮ ਕਰਦੇ, ਉਹਨਾਂ ਦਾ ਪਾਣੀ ਭਰਦੇ, ਉਹਨਾਂ ਦੇ ਗੁਲਾਮ ਨੇ। ਤੇ ਬਾਕੀ ਸਾਰੀ ਸ੍ਰਿਸ਼ਟੀ ਤੇ ਰਾਜ ਕਰਦੇ, ਸਾਰਿਆਂ ਨੂੰ ਆਪਦੇ ਗੁਲਾਮ ਬਣਾ ਕੇ ਫਿਰ ਉਹਨਾਂ ਤੋਂ ਆਪਦੀ ਵੰਗਾਰ ਕਰਾਉਂਦੇ, ਉਹਨਾਂ ਨੂੰ ਆਪਦੀ ਮਰਜ਼ੀ ਨਾਲ ਚਲਾਉਂਦੇ। ਇਸ ਵਾਸਤੇ ਫਿਰ ਜਦੋਂ ਅਸੀਂ ਮਾਲਕ ਦੀ ਸ਼ਰਨ 'ਚ ਚਲੇ ਜਾਂਦੇ ਹਾਂ, ਫਿਰ ਇਹ ਥੱਲੇ ਰਹਿ ਜਾਂਦੇ, ਫਿਰ ਇਹ ਗੁਲਾਮ ਬਣ ਕੇ ਚੱਲਦੇ, ਦਰ ਦੇ ਉੱਤੇ ਖੜੇ ਹੋ ਜਾਂਦੇ। ਜੋ ਗੁਰਮੁਖ ਫਿਰ ਇਹਨਾਂ ਨੂੰ ਹੁਕਮ ਕਰਦੇ, ਫਿਰ ਉਹੀਓ ਮੰਨਦੇ, ਉਸੇ ਮੁਤਾਬਕ ਚੱਲਦੇ। ਫਿਰ ਉਦੋਂ ਕਹਿੰਦੇ ਵੀ ਇਹ ਵੱਸ ਵਿੱਚ ਆ ਕੇ, ਪਹਿਲਾਂ ਇਹਨਾਂ ਨੇ ਸਾਨੂੰ ਆਪਦੇ ਵੱਸ ਕੀਤਾ ਹੁੰਦਾ, ਆਪਦੇ ਵੱਸ ਕਰਕੇ ਇਹ ਸਾਨੂੰ ਆਪਦੀ ਮਰਜ਼ੀ ਨਾਲ ਚਲਾਉਂਦੇ। ਫਿਰ ਜਿਹੜੇ ਗੁਰਮੁਖ ਉਹ ਇਹਨਾਂ ਨੂੰ ਵੱਸ ਕਰ ਲੈਂਦੇ, ਫਿਰ ਉਹ ਇਹਨਾਂ ਨੂੰ ਆਪਦੀ ਮਰਜ਼ੀ ਨਾਲ ਚਲਾਉਂਦੇ। ਜਿਸ ਨੂੰ ਮਾਰੇ ਕਹਿੰਦੇ ਪੰਜ ਦੂਤ ਤੁਧ ਵੱਸ ਕੀਤੇ, ਕਾਲ ਕੰਟਕ ਮਾਰਿਆ। ਵੀ ਇਹ ਪੰਜ ਸੀ ਜਿਹੜੇ ਇਹਨਾਂ ਨੂੰ ਵੱਸ 'ਚ ਕਰ ਲਿਆ। ਵੱਸ 'ਚ ਕਿਵੇਂ ਹੋਏ? ਮਾਲਕ ਦੀ ਕਿਰਪਾ ਦੁਆਰਾ, ਨਾਮ ਦੁਆਰਾ ਤੇ ਸੱਚ ਦੁਆਰਾ ਫਿਰ ਇਹ ਜਿਹੜਾ ਵੱਸ ਦੇ ਵਿੱਚ ਆਉਂਦੇ ਨੇ। ਫਿਰ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਅਗਲੀ ਅਸ਼ਟਪਦੀ ਵਿੱਚ ਸਮਝਾਉਂਦੇ, ਜੈ ਪ੍ਰਸਾਦ ਛਤੀ ਅੰਮ੍ਰਿਤ ਖਾਈ, ਤਿਸ ਠਾਕੁਰ ਕੋ ਰਖ ਮਨ ਮਾਹੀ। ਮਹਾਰਾਜ ਕਹਿੰਦੇ ਵੀ ਜਿਹਦੀ ਕਿਰਪਾ ਦੁਆਰਾ ਮਾਲਕ ਦੀ ਸਾਨੂੰ ਛਤੀ ਪ੍ਰਕਾਰ ਦੇ ਅੰਮ੍ਰਿਤਮਈ ਭੋਜਨ ਦਿੱਤੇ ਨੇ ਮਾਲਕ ਨੇ,
ਸਾਨੂੰ ਮਾਨਸ ਜਾਮੇ ਵਿੱਚ ਇਹ 36 ਪ੍ਰਕਾਰ ਦੇ ਭੋਜਨ ਦਿੱਤੇ। ਆਪਾਂ ਨੂੰ ਕਹਿੰਦੇ ਵੀ ਜਿਹਨੇ ਦਿੱਤੇ ਵੀ ਉਸ ਠਾਕਰ ਮਾਲਕ ਨੂੰ ਸਦਾ ਚੇਤੇ ਰੱਖੋ, ਉਹਨੂੰ ਮਨ ਦੇ ਵਿੱਚ ਵਸਾਓ। ਜਿਵੇਂ ਹੁਣ ਆਪਾਂ ਨੂੰ ਸਮਝਾਉਂਦੇ ਵੀ ਮਾਲਕ ਨੇ ਜਿਸ ਤਰ੍ਹਾਂ ਜੀਵ ਪੈਦਾ ਕੀਤੇ ਉਸੇ ਤਰ੍ਹਾਂ ਉਹਨਾਂ ਦੀ ਖੁਰਾਕ ਰੱਖੀ। ਇੱਕ ਜੀਵ ਐਸੇ ਪੈਦਾ ਕੀਤੇ ਵੀ ਜਿਹੜੇ ਮਾਂਸਾਹਾਰੀ ਨੇ ਉਹ ਮਾਂਸ ਹੀ ਖਾਂਦੇ, ਜਿਵੇਂ ਸ਼ੇਰ, ਚੀਤੇ, ਬਘਿਆੜ ਹੋ ਗਏ, ਉਹ ਮਾਂਸ ਹੀ ਖਾਣਗੇ। ਇੱਕ ਜੀਵ ਐਸੇ ਪੈਦਾ ਕੀਤੇ ਜਿਹੜੇ ਤ੍ਰਿਣ ਹੁੰਦਾ, ਘਾਹ ਫੂਸ, ਪੱਠੇ, ਕੱਖ, ਜਿਵੇਂ ਆ ਮੱਝਾਂ, ਗਾਵਾਂ, ਘੋੜੇ ਹੋ ਗਏ, ਇਹਨਾਂ ਨੇ ਤ੍ਰਿਣ ਖਾਣਾ ਹੈ। ਇੱਕ ਜੀਵ ਐਸੇ ਜਿਹੜੇ ਮਿੱਟੀ 'ਚ ਮਾਲਕ ਨੇ ਪੈਦਾ ਕੀਤੇ, ਉਹ ਮਿੱਟੀ ਵੀ ਖਾਂਦੇ, ਜਿਵੇਂ ਗੰਡੋਏ ਹੋ ਗਏ, ਹੋਰ ਜੀਵ ਨੇ ਉਹ ਮਿੱਟੀ ਵੀ ਖਾਂਦੇ, ਮਿੱਟੀ 'ਚ ਪੈਦਾ ਹੁੰਦੇ, ਉਹ ਮਿੱਟੀ ਵੀ ਖਾਂਦੇ, ਮਿੱਟੀ ਖੁਰਾਕ ਹੁੰਦਾ। ਇੱਕ ਜੀਵ ਪੌਣਹਾਰੀ ਨੇ, ਜਿਵੇਂ ਭੂਤ, ਪ੍ਰੇਤ, ਜਿੰਨ, ਇਹ ਪੌਣਹਾਰੀ ਹੁੰਦੇ, ਪੌਣ ਭਖਦੇ, ਆ ਖਾਲੀ ਖਲਾ 'ਚ ਰਹਿੰਦੇ ਤੇ ਪੌਣਹਾਰੀ ਹੁੰਦੇ। ਸਾਨੂੰ ਇਹ ਮਾਨਸ ਜਾਮਾ ਦਿੱਤਾ, ਸਾਡੇ ਲਈ 36 ਪ੍ਰਕਾਰ ਦੇ ਅੰਮ੍ਰਿਤਮਈ ਭੋਜਨ ਰੱਖੇ ਮਾਨਸ ਜਾਮੇ ਵਿੱਚ। ਤੇ ਸਾਡਾ ਜਿਹੜਾ ਮਨ ਹੈ ਉਹ ਮਨ ਦੀ ਖੁਰਾਕ ਅੰਮ੍ਰਿਤ ਰਸ ਹੈ, ਸਾਡੇ ਸਾਰਿਆਂ ਦੇ ਮਨਾਂ ਦੀ। ਮਹਾਰਾਜ ਦੱਸਦੇ, ਇੱਕ ਮਾਸਹਾਰੀ, ਇੱਕ ਤ੍ਰਿਣ ਖਾਏ, ਇੱਕ ਨਾ ਛਤੀਸ਼ ਅੰਮ੍ਰਿਤ ਪਾਈ, ਇੱਕ ਮਿਟੀਆ ਮੈਂ ਮਿਟੀਆ ਖਾਏ, ਇੱਕ ਪੌਣ ਸਮਾਰੀ ਪੌਣ ਸਮਾਰ, ਇੱਕ ਨਿਰੰਕਾਰੀ ਨਾਮ ਆਧਾਰ। ਬਈ ਸਾਡਾ ਜਿਹੜਾ ਮਨ ਹੈ ਉਹ ਨਿਰੰਕਾਰ ਦਾ ਬੱਚਾ, ਪ੍ਰਕਾਸ਼ ਰੂਪ ਹੈ, ਤੇ ਉਹਦਾ ਜਿਹੜਾ ਭੋਜਨ ਹੈ ਉਹ ਅੰਮ੍ਰਿਤ ਰਸ ਹੈ, ਨਾਮ ਰਸ। ਇਸ ਲਈ ਫਿਰ ਆਪਾਂ ਨੂੰ ਕਹਿੰਦੇ ਵੀ ਜਿਹਨੇ ਮਾਲਕ ਨੇ ਸਾਨੂੰ ਪੈਦਾ ਕੀਤਾ ਵੀ ਉਹਨੂੰ ਸਦਾ ਹੀ ਮਨ 'ਚ ਰੱਖੋ, ਵੀ ਉਹਦਾ ਸਿਮਰਨ ਕਰਦੇ ਰਹੋ। ਫਿਰ ਮਹਾਰਾਜ ਕਹਿੰਦੇ, ਜੈ ਪ੍ਰਸਾਦ ਸੁਗੰਧਿਤ ਤਨ ਲਾਵੇ, ਤਿਸ ਕੋ ਸਿਮਰਤ ਪਰਮ ਗਤ ਪਾਵੇ। ਬਈ ਜਿਹਦੀ ਕਿਰਪਾ ਦੁਆਰਾ ਇਹ ਸਾਨੂੰ ਸਰੀਰ ਮਿਲਿਆ, ਦੇਹੀ ਮਿਲੀ 84 ਲੱਖ ਜੂਨ ਤੋਂ ਉੱਤਮ, ਤੇ ਇਹਦੇ ਉੱਤੇ ਜੀਵ ਸੁਗੰਧੀਆਂ ਲਾਉਂਦਾ, ਇਹਨੂੰ ਖਵਾਉਂਦਾ, ਪਿਆਉਂਦਾ, ਨਹਿਲਾਉਂਦਾ ਹੈ। ਤੇ ਆਪਾਂ ਨੂੰ ਕਹਿੰਦੇ ਵੀ ਜਿਹਨੇ ਸਾਨੂੰ ਦੇਹੀ ਦਿੱਤੀ ਹੈ, ਤੂੰ ਉਹਦਾ ਸਿਮਰਨ ਕਰ। ਜੇ ਤੂੰ ਉਹਦਾ ਸਿਮਰਨ ਕਰੇਗਾ ਤੇ ਤੂੰ ਪਰਮ ਗਤੀ ਨੂੰ ਪ੍ਰਾਪਤ ਹੋ ਜਾਏਗਾ। ਕਿਉਂਕਿ ਜਿਹੜਾ ਸਰੀਰ ਹੈ ਤਾਂ ਸਦਾ ਰਹਿਣਾ ਨਹੀਂ, ਇਹ ਤਾਂ ਨਾਸਵਾਨ ਹੈ, ਮਿਥਿਆ ਹੈ। ਤੇ ਇਹਦੇ ਵਿੱਚ ਰਹਿੰਦਾ ਹੋਇਆ ਜੇ ਤੂੰ ਸਿਮਰਨ ਕਰੇ, ਤੂੰ ਸਦਾ ਵਾਸਤੇ ਪਰਮ ਗਤੀ ਹੁੰਦੀ ਅਮਰ ਪਦਵੀ, ਤੂੰ ਅਮਰ ਪਦਵੀ ਨੂੰ ਪ੍ਰਾਪਤ ਹੋ ਜਾਏ ਤੇ ਤੈਨੂੰ ਦੁਬਾਰਾ ਵਾਪਸ ਜੂਨਾਂ 'ਚ ਨਾ ਆਉਣਾ ਪਵੇ। ਫਿਰ ਮਹਾਰਾਜ ਕਹਿੰਦੇ, ਜੈ ਪ੍ਰਸਾਦ ਵਸੇ ਸੁਖ ਮੰਦਰ, ਤਿਸੇ ਤੇ ਆਏ ਸਦਾ ਮਨ ਅੰਦਰ। ਬਈ ਜੇ ਕਿਰਪਾ ਦੁਆਰਾ ਮਾਲਕ ਦੀ ਅਸੀਂ ਸੁਖੀ ਵਸਣਾ, ਅਸੀਂ ਮੰਦਰ ਆਪਦੇ ਘਰ ਵਸਣਾ। ਸਾਡਾ ਜਿਹੜਾ ਮੰਦਰ ਹੈ ਮਾਲਕ ਨੇ ਬਣਾ ਕੇ ਦਿੱਤਾ ਹੈ, 10ਵਾਂ ਦਵਾਰ ਨਿਜ ਮਹਿਲ। ਮੇਰੇ ਜਿਹੜਾ ਸਰੀਰ ਹੈ ਇਸ ਨੂੰ ਵੀ ਹਰੀ ਦਾ ਮੰਦਰ ਆਖਿਆ, ਹਰ ਮੰਦਰ ਇਹੋ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ। ਫਿਰ ਮਹਾਰਾਜ ਕਹਿੰਦੇ ਵੀ ਜਿਹਦੀ ਕਿਰਪਾ ਦੁਆਰਾ ਮਾਲਕ ਦੀ ਤੂੰ ਇਸ ਮੰਦਰ 'ਚ ਵਸਦਾ ਹੈ ਤੇ ਤੂੰ ਉਸ ਮਾਲਕ ਨੂੰ ਧਿਆ, ਉਹਦਾ ਸਿਮਰਨ ਕਰ ਤੇ ਉਹਨੂੰ ਆਪਦੇ ਮਨ ਦੇ ਅੰਦਰ ਵਸਾ। ਫਿਰ ਮਹਾਰਾਜ ਕਹਿੰਦੇ, ਜੈ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ, 8 ਪਹਿਰ ਸਿਮਰੋ ਤਿਸ ਰਸਨਾ। ਬਈ ਜਿਹਦੀ ਕਿਰਪਾ ਦੁਆਰਾ ਮਾਲਕ ਦੀ, ਪਰਮਾਤਮਾ ਦੀ, ਤੂੰ ਸਦਾ ਗ੍ਰਹਿ ਦੇ ਵਿੱਚ ਸੁਖੀ ਵਸਣਾ, ਆਪਦੇ ਘਰ ਦੇ ਵਿੱਚ, ਆਪਦੇ ਦੇਸ਼ ਦੇ ਵਿੱਚ ਜਾਣਾ। ਤੂੰ ਉਸ ਮਾਲਕ ਨੂੰ 8 ਪਹਿਰ ਸਿਮਰਨ ਕਰ, ਇਹ ਰਸਨਾ ਦੁਆਰ। 8 ਪਹਿਰ ਹੁੰਦੇ, 4 ਪਹਿਰ ਦਿਨ, 4 ਪਹਿਰ ਰਾਤ, ਇਹ 8 ਪਹਿਰ ਹੋ ਗਈ। ਹੁਣ ਜੇ ਅਸੀਂ 8 ਪਹਿਰ ਮਾਲਕ ਦਾ ਸਿਮਰਨ ਕਰ ਲਈਏ ਤੇ ਸਾਨੂੰ ਪੂਰਨ ਸਤਿਗੁਰ ਦਾ ਗਿਆਨ ਹੋ ਜਾਂਦਾ। ਇੰਨੀ ਸਾਨੂੰ ਇਹ ਕਲਯੁਗ ਦੇ ਸਮੇਂ ਦੇ ਵਿੱਚ ਛੋਟ ਦਿੱਤੀ ਹੈ। ਮਹਾਰਾਜ ਕਹਿੰਦੇ 8 ਪਹਿਰ ਰਾਧੀਏ ਪੂਰਨ ਸਤਿਗੁਰ ਗਿਆਨ। ਵੀ ਜੇ ਅਸੀਂ 8 ਪਹਿਰ ਆਰਾਧ ਲਈਏ ਮਾਲਕ ਨੂੰ, ਉਹਦਾ ਸਿਮਰਨ ਕਰ ਲਈਏ ਤਾਂ ਪੂਰਨ ਗਿਆਨ
ਇਹ ਨਹੀਂ ਵੀ ਅਧੂਰਾ, ਪੂਰਾ ਗਿਆਨ ਹੋ ਜਾਂਦਾ ਸੀ। ਤੇ ਇਸ ਕਰਕੇ ਫਿਰ ਸਾਨੂੰ ਕਹਿੰਦੇ ਵੀ ਅੱਠੇ ਪੈਰ ਉਹ ਮਾਲਕ ਦਾ ਸਿਮਰਨ ਕਰੋ, ਉਹਨੂੰ ਧਿਆਵੋ। ਫਿਰ ਮਹਾਰਾਜ ਕਹਿੰਦੇ ਜੈ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਏ ਧਿਆਵਨ ਜੋਗ। ਵੀ ਜਿਹਦੀ ਕਿਰਪਾ ਦੁਆਰਾ, ਜਿਸ ਦੀ ਮਾਲਕ ਦੇ ਪ੍ਰਸ਼ਾਦ ਦੁਆਰਾ ਬਈ ਜੋ ਇੱਧਰ ਸੰਸਾਰ ਦੇ ਵਿੱਚ ਵੀ ਰੰਗ ਰਸ ਭੋਗਦਾ ਹੈ, ਬਈ ਜਿਹਨੇ ਤੈਨੂੰ ਸਾਰਾ ਕੁਝ ਦਿੱਤਾ ਹੈ, ਵੀ ਉਸ ਮਾਲਕ ਨੂੰ ਧਿਆ, ਵੀ ਜਿਹੜਾ ਹਰ ਸਮੇਂ ਧਿਆਵਨ ਯੋਗ ਹੈ। ਵੀ ਜੇ ਤੂੰ ਉਹਨੂੰ ਧਿਆਵੇਂ, ਉਹਦਾ ਸਿਮਰਨ ਕਰੇ, ਤੇ ਫਿਰ ਤੂੰ ਸਦਾ ਵਾਸਤੇ ਸੁਖੀ ਹੋ ਜਾਵੇਂ, ਤੇ ਤੂੰ ਸਦਾ ਵਾਸਤੇ ਜੀਵਨ ਮੁਕਤ ਹੋ ਜਾਵੇਂ। ਆਓ ਹੁਣ ਜੋ ਮਹਾਰਾਜ ਸਾਨੂੰ ਵਾਰ-ਵਾਰ ਇਹ ਧਿਆਉਣ ਨੂੰ ਕਹਿ ਰਹੇ, ਵਾਰ-ਵਾਰ ਸਾਨੂੰ ਸਿਮਰਨ ਕਰਨ ਨੂੰ ਕਹਿ ਰਹੇ, ਆਪਾਂ ਵੀ ਮਾਲਕ ਦਾ ਸਿਮਰਨ ਕਰੀਏ ਤਾਂ ਕਿ ਆਪਣਾ ਜਿਹੜਾ ਮਨ ਹੈ ਉਹ ਵੀ ਸੁਖੀ ਹੋ ਜਾਵੇ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖੋ ਜਦੋਂ ਆਪਾਂ ਇਹ ਅਭਿਆਸ ਕਰਦੇ ਹਾਂ, ਇਹ ਸਿਮਰਨ ਕਰਨ ਦੇ ਨਾਲ ਫਿਰ ਜੋ ਸਾਡੇ ਮਨ ਦੇ ਉੱਤੇ ਮੈਲ ਚੜ੍ਹੀ ਹੁੰਦੀ, ਵਿਚਾਰਾਂ ਦੀ, ਫੁਰਨਿਆਂ ਦੀ, ਔਗਣਾਂ ਦੀ, ਜਿਉਂ-ਜਿਉਂ ਆਪਾਂ ਇਹ ਰਸਨਾ ਦੁਬਾਰਾ ਸਿਮਰਨ ਕਰਾਂਗੇ, ਮਾਲਕ ਦੇ ਗੁਣ ਗਾਵਾਂਗੇ, ਤੇ ਉਹਦੇ ਸਾਡੇ ਮਨ ਦੀ ਜਿਹੜੀ ਮੈਲ ਹੈ ਇਹ ਮੈਲ ਉਤਰੇਗੀ। ਮਾਰੇ ਫਰਮਾਉਂਦੇ ਰਸਨਾ ਗੁਣ ਗਾਵੇ ਹਰ ਤੇਰੇ, ਮਿਟੇ ਕਮਾਤੇ ਔਗਣ ਮੇਰੇ। ਜਿਉਂ-ਜਿਉਂ ਰਸਨਾ ਮਾਲਕ ਦੇ ਗੁਣ ਗਾਉਂਦੀ ਹੈ ਤੇ ਉਹਦਾ ਜਿਹੜੀ ਔਗਣਾਂ ਦੀ ਮੈਲ ਚੜ੍ਹੀ ਹੁੰਦੀ ਹੈ, ਮੈਲ ਉਤਰ ਜਾਂਦੀ।
ਉਹ ਇਸ ਲਈ ਹੁਣ ਆਪਾਂ ਇਹ ਕੋਸ਼ਿਸ਼ ਕਰਨੀ ਮੈਲ ਨੂੰ ਲਾਉਣ ਦੀ, ਵੱਧ ਤੋਂ ਵੱਧ ਆਪਸ ਸਿਮਰਨ ਕਰਨ, ਤੇ ਨਾਲ ਨਾਲ ਇਹ ਖਿਆਲ ਰੱਖਣਾ ਗਿਆਨ ਵੀ ਮਨ ਨੂੰ ਦੇਣਾ। ਇਹ ਨਾ ਹੋਵੇ ਬਈ ਇੱਕ ਪਾਸੇ ਤਾਂ ਅਸੀਂ ਸਿਮਰਨ ਕਰਕੇ ਮਨ ਦੀ ਮੈਲ ਲਾਈਏ ਤੇ ਨਾਲ ਦੀ ਨਾਲ ਅਸੀਂ ਮਨ ਦੇ ਉੱਤੇ ਮੈਲ ਹੋਰ ਚੜਾਈ ਜਾਈਏ। ਉਹਦੇ ਵਾਸਤੇ ਫਿਰ ਸਾਨੂੰ ਇਹ ਨਾਲ ਗਿਆਨ ਦਿੱਤਾ ਜਾਂਦਾ, ਨਾਲ ਸੋਝੀ ਦਿੱਤੀ ਜਾਂਦੀ। ਬਈ ਸਾਡੇ ਮਨ ਦੀ ਮੈਲ ਤਾਂ ਲੱਥਦੀ ਜਦੋਂ ਆਪਾਂ ਸਿਮਰਨ ਕਰਦੇ, ਸਤ ਸੰਗਤ ਕਰਦੇ, ਗੁਰਮੁਖਾਂ ਦਾ ਸੰਗ ਕਰਦੇ, ਸਾਡੇ ਮਨ ਦੀ ਮੈਲ ਉਤਰਦੀ ਤੇ ਸਾਡੇ ਮਨ ਤੇ ਮੈਲ ਚੜ੍ਹਦੀ। ਫਿਰ ਜਦੋਂ ਅਸੀਂ ਸੰਗ ਕਰਦੇ ਹਾਂ ਮਨਮੁਖਾਂ ਦਾ, ਜਿਹੜੇ ਜੀਵ ਨਿੰਦਿਆ ਕਰਦੇ, ਬੈਰ ਵਿਰੋਧ ਕਰਦੇ, ਹਰ ਸਮੇਂ ਦੁੱਖ 'ਚ ਰਹਿੰਦੇ, ਜੇ ਅਸੀਂ ਉਹਨਾਂ ਦਾ ਸੰਗ ਕਰਾਂਗੇ ਤੇ ਉਹਨਾਂ ਨੇ ਸਾਡੇ ਮਨ ਤੇ ਮੈਲ ਚੜਾ ਦੇਣੀ। ਇਸ ਵਾਸਤੇ ਫਿਰ ਆਪਾਂ ਕੋਸ਼ਿਸ਼ ਕਰਨੀ ਵੀ ਸਾਡੇ ਮਨ ਦੇ ਉੱਤੇ ਮੈਲ ਚੜ੍ਹੇ ਨਾ। ਤਾਂ ਕਰਕੇ ਫਿਰ ਨਾਲ ਹੀ ਆਪਾਂ ਗਿਆਨ ਰੱਖਣਾ ਵੀ ਆਪਾਂ ਨਾ ਨਿੰਦਿਆ ਸੁਣੀਏ, ਨਾ ਕਿਸੇ ਦੀ ਕਰੀਏ, ਨਾ ਆਪਾਂ ਕਿਸੇ ਨਾਲ ਮਨ 'ਚ ਵੈਰ ਵਿਰੋਧ ਰੱਖੀਏ, ਹਉਮੈ ਜੋ ਮਨ ਨੂੰ ਰਹਿਤ ਰੱਖੀਏ ਤੇ ਲੋਕ ਲੱਜਾ ਤੋਂ ਉੱਪਰ ਉੱਠ ਕੇ ਮਾਲਕ ਦੇ ਗੁਣ ਗਾਈਏ। ਸਗਨ ਤੇ ਆਪਣੇ ਕੋਲ ਤਾਂ ਮਾਲਕ ਨੇ ਸਾਧਨ ਹੀ ਬੜਾ ਵਧੀਆ ਆਪਾਂ ਨੂੰ ਦੱਸੇ ਵੀ ਜਿੱਥੇ ਤੁਸੀਂ ਬਹਿੰਦੇ ਹੋ ਸਿਮਰਨ ਕਰੋ ਤੇ ਜਿੰਨੀ ਕੁ ਤੁਹਾਨੂੰ ਸਮਝ ਲੱਗਦੀ ਸ਼ਬਦ ਦੀ ਵਿਚਾਰ ਕਰੋ। ਹੁਣ ਜੇ ਆਪਾਂ ਇਹ ਸ਼ਬਦ ਦੀ ਵਿਚਾਰ ਕਰੀਏ ਤੇ ਫਿਰ ਆਪਾਂ ਨੂੰ ਪਤਾ ਲੱਗਣਾ ਵੀ ਆਪਣੇ ਅਸਲੀ ਸੰਗੀ ਕੌਣ। ਜਿਹੜੇ ਤਾਂ ਮਨਮੁਖ ਨੇ, ਤੁਸੀਂ ਉਹਨਾਂ ਕੋਲ ਵਿਚਾਰ ਕਰੋਗੇ, ਉਹ ਤੁਹਾਡੇ ਕੋਲ ਇੱਕ ਦੋ ਦਿਨ ਆਉਣਗੇ, ਮੁੜ ਕੇ ਉਹਨੇ ਤੁਹਾਡਾ ਸਾਥ ਹੀ ਛੱਡ ਜਾਣਾ, ਉਹਨਾਂ ਨੇ ਆਉਣਾ ਹੀ ਨਹੀਂ ਤੁਹਾਡੇ ਕੋਲ। ਤੇ ਆਪਾਂ ਨੂੰ ਕਹਿਣ ਦੀ ਲੋੜ ਹੀ ਨਹੀਂ ਪੈਣੀ ਉਹਨਾਂ ਨੂੰ ਵੀ ਤੁਸੀਂ ਨਾ ਆਓ, ਉਹ ਆਪਦੇ ਆਪ ਹੀ ਸਾਥ ਛੱਡ ਜਾਣ। ਕਿਉਂਕਿ ਮਨਮੁਖ ਉੱਥੇ ਬਹਿੰਦੇ ਇਕੱਠੇ ਹੋ ਕੇ ਜਿੱਥੇ ਨਿੰਦਿਆ ਹੁੰਦੀ, ਜਿੱਥੇ ਵੈਰ ਵਿਰੋਧ ਦੀ ਗੱਲ ਹੁੰਦੀ, ਉਹਨਾਂ ਨੇ ਉੱਥੇ ਬਹਿਣਾ ਤੇ ਆਪਾਂ ਉਹ ਗੱਲ ਕਰਨੀ ਨਹੀਂ। ਇਸ ਤੋਂ ਪਹਿਲਾਂ ਵੀ ਉਹ ਗੱਲ ਕਰਨ, ਆਪਾਂ ਆਪਦਾ ਸਿਮਰਨ ਕਰਨ ਲੱਗ ਜਾਈਏ, ਜਾਂ ਆਪਾਂ ਗੁਰਬਾਣੀ ਗੁਰੂ ਦੀ ਵਿਚਾਰ ਸ਼ੁਰੂ ਕਰ ਲਈਏ ਵੀ ਗੁਰੂ ਸਾਹਿਬ ਸਾਨੂੰ ਆਹ ਕਹਿ ਰਹੇ ਨੇ। ਉਹ ਥੋੜਾ ਟਾਈਮ ਸੁਣਨਗੇ ਤੇ ਮੁੜ ਕੇ ਉਹਨਾਂ ਨੇ ਕਹਿਣਾ ਇਹਨਾਂ ਕੋਲ ਨਹੀਂ ਜਾਣਾ, ਇਹਨਾਂ ਕੋਲ ਤਾਂ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਗੱਲ ਹੀ ਨਹੀਂ, ਇਹਨਾਂ ਨੇ ਹੋਰ ਕੋਈ ਗੱਲ ਹੀ ਨਹੀਂ ਕਰਨੀ। ਤੇ ਉਹ ਉੱਥੇ ਜਾਣਗੇ ਜਿੱਥੇ ਫਿਰ ਨਿੰਦਿਆ ਹੋਏਗੀ, ਉਹ ਹੋਰ ਆਪਦੇ ਸੰਗੀ ਲੱਭ ਲੈਣਗੇ ਤੇ ਆਪਾਂ ਨੂੰ ਕਹਿਣ ਦੀ ਲੋੜ ਹੀ ਨਹੀਂ ਪੈਂਦੀ। ਆਪਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਇਸ ਰਸਤੇ ਤੇ ਚੱਲਣ ਵਾਲੇ ਨਹੀਂ, ਇਹਨਾਂ ਨੇ ਆਪ ਤਾਂ ਸਜ਼ਾ ਲੈਣੀ, ਆਪ ਤਾਂ ਜਮਾਂ ਦੇ ਮਾਰਗ ਤੇ ਜਾਣਾ ਹੀ ਜਾਣਾ ਤੇ ਨਾਲ ਹੀ ਸਾਨੂੰ ਵੀ ਲਿਜਾਣਾ ਚਾਹੁੰਦੇ ਨੇ। ਇਸ ਕਰਕੇ ਫਿਰ ਆਪਣਾ ਜਿਹੜਾ ਰਸਤਾ ਫਿਰ ਬਦਲ ਜਾਂਦਾ। ਤਾਂ ਮਹਾਰਾਜ ਕਹਿੰਦੇ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਇਸ ਕਰਕੇ ਭਗਤਾਂ ਦਾ ਤੇ ਸੰਸਾਰੀਆਂ ਦਾ ਆਪਸ ਵਿੱਚ ਤਾਲਮੇਲ ਨਹੀਂ ਆਉਂਦਾ। ਸੋ ਇਸ ਲਈ ਆਪਾਂ ਹੁਣ ਕੋਸ਼ਿਸ਼ ਕਰਨੀ ਨਾਲ ਹੀ ਮਨ ਦੀਆਂ ਰਹਿਤਾਂ ਰੱਖਣੀਆਂ। ਕਿਤੇ ਇਹ ਨਾ ਹੋਵੇ ਜਿਵੇਂ ਮਹਾਰਾਜ ਆਪਾਂ ਨੂੰ ਕਹਿ ਰਹੇ, ਰਹਿਤ ਅਵਰ ਕਿਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ। ਵੀ ਅਸੀਂ ਮੁੱਖ ਦੁਆਰਾ ਉਹਦਾ ਸਵੇਰੇ ਸ਼ਾਹ ਬਾਣੀ ਵੀ ਪੜ੍ਹੀ ਚੱਲੀਏ ਤੇ ਸਾਡੀ ਪ੍ਰੀਤ ਲੱਗੇ ਕੋਈ ਨਾ, ਤੇ ਮੁੱਖ ਤੋਂ ਉੱਦਾਂ ਅਸੀਂ ਪੜ੍ਹੀ ਚੱਲੀਏ ਤੇ ਰਹਿਤ ਅਸੀਂ ਰੱਖੀਏ ਕੋਈ ਨਾ, ਤੇ ਰਹਿਤਾਂ ਹੋਰ ਹੀ ਰੱਖੀ ਚੱਲੀਏ, ਜਿਹੜੀਆਂ ਮਨ ਦੀਆਂ ਰਹਿਤਾਂ ਇਹ ਰੱਖੀਏ ਨੇ। ਇਸ ਵਾਸਤੇ ਫਿਰ ਆਪਾਂ ਇਹ ਨਾਲ ਗਿਆਨ ਲੈਣਾ, ਨਾਲ ਸੋਝੀ ਲੈਣੀ ਤੇ ਨਾਲ ਇਹ ਮਨ ਦੀਆਂ ਰਹਿਤਾਂ ਰੱਖਣੀ। ਸੋ ਇਸ ਵਾਸਤੇ ਫਿਰ ਇਹ ਵੱਧ ਤੋਂ ਵੱਧ ਆਪਾਂ ਸਿਮਰਨ ਕਰਨਾ, ਗੁਰਬਾਣੀ ਗੁਰੂ ਨੂੰ ਜਦੋਂ ਪੜ੍ਹ ਕੇ ਵਿਚਾਰਨਾ ਅਤੇ ਵੱਧ ਤੋਂ ਵੱਧ ਇਹ ਆਪਾਂ ਸੰਗਤ ਕਰਨੀ, ਤਾਂ ਕਿ ਜੋ ਆਪਾਂ ਇਹ ਗੁਰਬਾਣੀ ਪੜ੍ਹਦੇ, ਜਦੋਂ ਪੜ੍ਹਦੇ ਸਾਨੂੰ ਸਮਝ ਲੱਗੇ, ਸਾਡੇ ਹਿਰਦੇ 'ਚ ਵਸ ਜੇ ਤੇ ਸਾਡੀ ਪ੍ਰੀਤ ਅੰਦਰੋਂ ਲੱਗ ਜੇ। ਇਹ ਨਾ ਹੋਵੇ ਵੀ ਮੁੱਖ ਤੋਂ ਹੀ ਗੱਲਾਂ ਅਸੀਂ ਮੁੱਖੋਂ ਹੀ ਗੰਢ ਲਾਈਏ। ਸੋ ਬਾਕੀ ਇਹ ਸਾਰਾ ਭੇਦ ਆਪਾਂ ਨੂੰ ਗੁਰਮੁਖਾਂ ਨੇ ਦਿੱਤਾ। ਗੁਰਬਾਣੀ ਗੁਰੂ ਦੁਆਰਾ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਤਰਮਾਲਾ ਵੀ ਜੋ ਆਪਣੇ ਜੀਵਨ ਦਾ ਮਕਸਦ ਮਾਲਕ ਨੂੰ ਮਿਲਣਾ, ਕਿਵੇਂ ਆਪਾਂ ਮਿਲ ਸਕਦੇ ਹਾਂ, ਉਹ ਫਿਰ ਆਪਾਂ ਨੂੰ ਗੁਰਮੁਖਾਂ ਨੇ ਬੜਾ ਸੌਖਾ ਕਰਕੇ ਭੇਜ ਦਿੱਤਾ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਇਆਂ
जे कोई ऐसा शब्द बोलिया गया होवे संगत अते सतगुरु बख्शण जोग ने बख्श लेना जी। वाहिगुरु जी का खालसा वाहिगुरु जी की फतेह। वाहिगुरु 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 वाहिगुरु। वाहिगुरु जी का खालसा वाहिगुरु जी की फतेह।